1200 अंक ते सुशोभित है। राग सारंग लड़ीवार 26वां राग है और इस राग की प्रकृति ठंडे सुभाਅ ਦੀ है, इस करके इन्हूं दुपहरे गाया जाता है। ये राग ਦੇ ਵਿੱਚ ਧੰਨ ਗੁਰੂ ਰਾਮਦਾਸ ਪਾਤਸ਼ਾਹ ਦਾ 2 ਪਦਿਆਂ ਵਾਲਾ ਸ਼ਬਦ ਹੈ ਜੋ ਆਪਾਂ ਨੇ ਵਿਚਾਰਾਂ ਕਰਨੀਆਂ ਨੇ ਸੰਗਤ ਰੂਪ 'ਚ। ਸਤਿਗੁਰੂ ਰਹਿਮਤ ਕਰਨ। ਔਰ ਇਹ ਰਾਗ ਸੱਸੇ ਨੂੰ ਕੰਨਾ ਰਾਰਾ ਗੱਗਾ ਵੀ ਆਇਆ ਅਤੇ ਸੱਸੇ ਨੂੰ ਕੰਨਾ ਰਾਰੇ ਦੀ ਟਿੱਪੀ ਨਾਲ ਵੀ ਆਇਆ। ਸਾਰੰਗ ਵੀ ਲਿਖਿਆ ਗਿਆ ਅਤੇ ਸਾਰਗ ਵੀ ਲਿਖਿਆ ਗਿਆ। ਔਰ ਰਾਗਮਾਲਾ ਦੇ ਵਿੱਚ ਸਾਰਗ ਹੀ ਲਿਖਿਆ, ਸੱਸੇ ਨੂੰ ਕੰਨਾ ਰਾਰਾ ਗੱਗਾ। ਇਹ ਜੋ ਲੜੀਵਾਰ ਇਸ ਤਰ੍ਹਾਂ ਚੱਲਣ ਵਾਲਾ ਰਾਗ ਹੈ, ਇਸ ਰਾਗ ਦੇ ਵਿੱਚ ਬਹੁਤੇ ਭਜਨ ਅਤੇ ਗੀਤ ਦੁਨੀਆ ਦੇ ਜਿਹੜੇ ਦੁਨਿਆਵੀ ਗੀਤ ਨੇ ਜੋ ਆਪਾਂ ਸਰਵਣ ਕਰਦੇ ਹਾਂ, ਬੜੀਆਂ ਵਧੀਆ ਤਰਜ਼ਾਂ ਉਹਨਾਂ ਨੇ ਬਣਾਈਆਂ ਹੋਈਆਂ ਨੇ। ਇਹ ਰਾਗ ਹੈ ਸਾਰਗ। ਇਹ ਰਾਗ ਬਹੁਤ ਵੱਡਾ ਪ੍ਰਚਲਿਤ ਹੈ, ਪੁਰਾਤਨ ਰਾਗ ਹੈ ਔਰ ਜ਼ਿਆਦਾ ਦੁਨੀਆ ਦੇ ਵਿੱਚ ਆਮ ਤੌਰ 'ਤੇ ਇਸ ਰਾਗ ਦੇ ਵਿੱਚ ਗੀਤ ਗਾਏ ਗਏ ਨੇ। ਭਜਨ ਦੇ ਗੀਤ ਵੀ ਇਸ 'ਚ ਗਾਏ ਗਏ ਨੇ। ਸੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੋਰ ਵੀ ਇਹਦੇ ਵਿੱਚ ਇਸ ਰਾਗ ਦੇ ਲਗਭਗ ਸਾਰੇ ਗੁਰੂਆਂ, ਲਗਭਗ ਨਹੀਂ ਹੈ ਹੀ ਸਾਰੇ ਗੁਰੂਆਂ ਦੀ ਬਾਣੀ ਹੈ। ਭਗਤ ਨਾਮਦੇਵ ਦੀ, ਕਬੀਰ ਦੀ ਹੈ, 3 ਭਗਤਾਂ ਦੀ ਬਾਣੀ ਹੈ ਅਤੇ 6 ਗੁਰੂ ਸਾਹਿਬਾਨਾਂ ਦੀ ਬਾਣੀ ਸਾਰੰਗ ਰਾਗ ਦੇ ਵਿੱਚ ਹੈ ਟੋਟਲ। ਔਰ ਗੁਰੂ ਸਾਹਿਬ ਇਸ ਸ਼ਬਦ ਦੇ ਰਾਹੀਂ ਸਾਨੂੰ ਕੀ ਸਮਝਾਉਣਾ ਕਰਦੇ ਨੇ। ਬੇਨਤੀ ਇਹ ਹੈ ਕਿ ਪਹਿਲਾਂ ਜਦੋਂ ਆਪਾਂ ਨਤਮਸਤਕ ਹੁੰਦੇ ਨਾ ਗੁਰਦੁਆਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ, ਤਾਂ ਬੜਾ ਵਧੀਆ ਪ੍ਰਬੰਧ ਕੀਤਾ ਹੈ। ਮੇਰੀ ਵੀ ਨਿਗਾਹ ਪੈਂਦੀ ਹੋਈ, ਤੁਹਾਡੀ ਵੀ ਪੈਂਦੀ ਹੈ। ਜਿਹੜੀ ਪਹਿਲੀ ਪੰਕਤੀ ਉੱਪਰ ਸੁਸ਼ੋਭਿਤ ਹੈ ਨਾ ਗੁਰੂ ਸਾਹਿਬ ਦੀ ਪਾਲਕੀ ਦੇ ਉੱਪਰ, ਕਿੰਨਿਆਂ ਕੁ ਨੇ ਪੜ੍ਹੀ ਹੈ ਪਤਾ ਨਹੀਂ, ਕਿੰਨਿਆਂ ਕੁ ਧਿਆਨ ਜਾਂਦਾ ਹੈ, ਕਿੰਨਿਆਂ ਕੁ ਨੇ ਪੜ੍ਹੀ ਹੈ। ਸੋ ਇਹ ਜੋ ਲਿਖਿਆ ਨਾ ਇੱਥੇ ਮਸਲਾ, ਹਮਾਰਾ ਝਗੜਾ ਰਹੇ ਨਾ ਕੋ ਪੰਡਤ ਮੁੱਲਾ ਛਾਡੇ ਦੋ, ਇੱਥੇ ਸੁਸ਼ੋਭਿਤ ਹੈ ਪਹਿਲੇ ਫਸਟ 'ਤੇ। ਝਗੜਾ ਕੀ ਹੈ, ਇਸੇ ਦੇ ਸੰਬੰਧ 'ਚ ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਸ਼ਬਦ ਬਖਸ਼ਿਸ਼ ਕੀਤਾ ਹੈ। ਪਹਿਲਾਂ ਆਪਾਂ ਮੂਲ ਸ਼ਬਦ ਦੇ ਨਾਲ ਸਾਂਝ ਬਣਾਉਂਦੇ ਹਾਂ, ਫਿਰ ਸੰਗਤ ਰੂਪ ਦੇ ਵਿੱਚ ਵਿਚਾਰਾਂ ਜਿਸ ਤਰ੍ਹਾਂ ਸਤਿਗੁਰੂ ਰਹਿਮਤ ਕਰਨਗੇ ਆਪਾਂ ਕਰਾਂਗੇ। ਸੋ ਆਓ ਪਹਿਲਾਂ ਸ਼ਬਦ ਨਾਲ ਜੁੜੀਏ। ਸਾਰੰਗ ਮਹਿਲਾ ਚੌਥਾ, ਘਰ ਤੀਜਾ, ਦੁਪਦਾ 2 ਪਦਿਆਂ ਵਾਲਾ ਸ਼ਬਦ ਹੈ। ਸਾਰੰਗ ਰਾਗ ਹੈ, ਧੰਨ ਗੁਰੂ ਰਾਮਦਾਸ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੈ। 2 ਪਦਿਆਂ ਵਾਲਾ ਹੈ, ਤੀਜੀ ਤਾਲ 'ਚ ਗਾਉਣਾ ਹੈ। ਘਰ ਤੀਜਾ, ਇਹ ਜਿਹੜੇ ਘਰ ਨੇ ਨਾ ਇਹ ਤਾਲ ਨਾਲ ਸੰਬੰਧਿਤ ਨੇ, ਕੀਰਤਨੀ ਵੀਰਾਂ ਦੇ ਲਈ ਵੈਸੇ ਨਹੀਂ ਲਿਖੇ ਗਏ। ਸੋ ਜਿਸ ਨੂੰ ਸੋਝੀ ਹੈ, ਜਿਸ ਨੂੰ ਇਸ ਤਰ੍ਹਾਂ ਦੀ ਬਖਸ਼ਿਸ਼ ਹੈ, ਉਹਨੂੰ ਪਤਾ ਹੈ ਵੀ ਤੀਜੀ ਤਾਲ ਕਿਹੜੀ ਹੈ। ਨਹੀਂ ਤਾਂ ਬਹੁਤੇ ਪੰਥ ਦੇ ਵਿੱਚੋਂ ਇਹ ਕੁਛ ਵਿਸਰ ਗਿਆ, ਪਤਾ ਨਹੀਂ ਹੈ, ਵੈਸੇ ਚੱਲੀ ਜਾਂਦਾ ਜਿਵੇਂ ਸਿੱਖ ਸਿਖਾ ਕੇ ਚੱਲ ਪੜ੍ਹ ਦਿੱਤਾ ਗਿਆ, ਉਹ ਨਹੀਂ ਹੈ। ਅਗਰ ਉਸ ਤਰ੍ਹਾਂ ਪ੍ਰੋਪਰ ਉਹ ਤਾਲ ਲਾਈ ਜਾਵੇ। ਮੈਂ ਪੜ੍ਹ ਰਿਹਾ ਸੀ ਕਿ ਜ਼ਹਿਰੀਲੇ ਨਾਗਾਂ ਨੂੰ ਕੀਲਣ ਦੀ ਸ਼ਕਤੀ ਵੀ ਇਸ ਰਾਗ ਦੇ ਵਿੱਚ ਹੈ। ਕਿੱਡੀ ਤਕੜਾ ਹੋਵੇ, ਉਹਨੇ ਰਾਗ ਸੁਣ ਕੇ ਮਸਤ ਹੋ ਜਾਣਾ ਅਤੇ ਨਿਕਲੇ ਹੋਏ। ਸੋ ਇਹ ਇੱਕ ਵਿਧਾਨ ਹੈ, ਰਾਗ ਇੱਕ ਬਹੁਤ ਤਕੜੀ ਵਿਧਾ ਹੈ। ਸੋ ਇਸ ਨਾਲ ਬਹੁਤ ਕੁਝ ਸੰਭਵ ਹੈ, ਪਰ ਇਹਦੇ ਲਈ ਹੋਰ ਯਤਨ ਦੀ ਲੋੜ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਹਰ ਜਗ੍ਹਾ 'ਤੇ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਜੋ ਸੰਗੀਤ ਗੁਰਮਤਿ ਦੇ ਵਿਦਿਆਲਿਆ ਨੇ, ਉਹਨਾਂ ਦੀ ਹੋਰ ਲੋੜ ਹੈ ਤਾਂ ਕਿ ਆਉਣ ਵਾਲੀ ਪਨੀਰੀ ਇਹ ਰਾਗ ਵਿੱਦਿਆ ਤੋਂ ਪੂਰੀ ਤਰ੍ਹਾਂ ਇਸ ਦੇ ਨਾਲ ਸੰਬੰਧਿਤ ਰਹਿ ਸਕੇ। ਨਹੀਂ ਤਾਂ ਇੱਧਰ ਉੱਧਰ ਨਾਲ ਨਹੀਂ ਗੱਲ ਬਣਨੀ। ਸੋ ਘਰ ਤੀਜਾ, ਕਿਉਂਕਿ ਗੁਰੂ ਦਾ ਉਪਦੇਸ਼ ਇਸ ਕਰਕੇ ਉਹਨਾਂ ਨੇ ਉੱਪਰ ਬਖਸ਼ ਕਰਦਾ ਵੀ ਤੀਜੀ ਤਾਲ ਜਗਾਉਣਾ ਭਾਈ। ਜਿਵੇਂ ਕੋਈ ਹੋਰ ਤਾਲ ਜਗਾਈ ਜਾਂਦਾ ਅਤੇ ਇਹਦਾ ਮਤਲਬ ਕੀ ਹੋਇਆ ਕਿ ਮੈਂ ਗੁਰੂ ਦੇ ਉਸ ਹੁਕਮ ਨੂੰ ਨਹੀਂ ਮੰਨ ਰਿਹਾ। ਜੇ ਕੀਰਤਨੀ ਹੈ ਤਾਂ ਫਿਰ ਮੈਨੂੰ ਘੱਟੋ ਘੱਟ ਉਹਦੀ ਸੋਝੀ ਹੋਣੀ ਚਾਹੀਦੀ ਹੈ। ਸੋ ਘਰ ਤੀਜਾ, ਦੁਪਦਾ ਮੈਨੇ 2 ਪਦਿਆਂ ਵਾਲਾ, ਤਿਪਦਾ 3 ਪਦਿਆਂ ਵਾਲਾ, ਚੌਪਦਾ 4 ਪਦਿਆਂ ਵਾਲਾ, ਅਸ਼ਟਪਦੀ 8 ਪਦਿਆਂ ਵਾਲੀ, ਸਭ ਪੰਚਪਦਾ 5 ਪਦਿਆਂ ਵਾਲਾ। ਉੱਪਰ ਕਲੀਅਰ ਲਿਖ ਦਿੱਤਾ ਸਰਲੇਖ ਦੇ ਵਿੱਚ ਵੀ ਇਹ 5 ਪਦਿਆਂ ਵਾਲਾ ਹੈ, ਇਹ 2 ਪਦਿਆਂ ਵਾਲਾ ਹੈ, ਇਹ 3 ਪਦਿਆਂ ਵਾਲਾ ਹੈ, ਇਹ ਚੌਪਦ ਹੈ, ਇਹ ਪੰਚਪਦ ਹੈ, ਇਹ ਅਸ਼ਟਪਦੀ ਹੈ, ਇਹ ਸ਼ੰਤ ਹੈ। ਸੋ ਕੀ ਬਖਸ਼ਿਸ਼ ਕਰਦੇ ਨੇ। ਇੱਕ ਓਂਕਾਰ ਸਤਿਗੁਰ ਪ੍ਰਸਾਦ, ਉਹ ਇੱਕ ਹੈ, ਸਰਬ ਵਿਆਪੀ ਹੈ ਅਤੇ ਉਸ ਦੀ ਪ੍ਰਾਪਤੀ ਸਤਿਗੁਰੂ ਦੀ ਕਿਰਪਾ ਨਾਲ ਹੁੰਦੀ ਹੈ, ਵੈਸੇ ਨਹੀਂ ਹੋ ਸਕਦੀ। ਨਿੱਜੀ ਸਿਆਣਪ ਨਾਲ, ਚਤਰਾਈ ਨਾਲ, ਕਿਸੇ ਚਲਾਕੀ ਨਾਲ
ਕਿਸੇ ਪਖੰਡ ਦੇ ਨਾਲ, ਕਿਸੇ ਕਰਮਕਾਂਡ ਦੇ ਨਾਲ ਉਹਦੀ ਪ੍ਰਾਪਤੀ ਨਹੀਂ ਹੁੰਦੀ। ਸਿਰਫ ਇੱਕੋ ਤਰੀਕਾ ਹੈ ਕਿ ਸਤਿਗੁਰੂ ਕਿਰਪਾ ਕਰ ਦੇਣ ਤਾਂ ਮਿਲ ਸਕਦਾ, ਨਹੀਂ ਮਿਲਦਾ। ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ ਰਹਾਉ। ਜਿਸ ਧਨ ਕਾ ਤੁਮ ਗਰਭ ਕਰਤ ਹੋ, ਸੋ ਧਨ ਕਿਸ ਹੈ ਨ ਆਪ। ਖਿਨ ਮੈਂ ਛੋੜ ਜਾਏ ਵਿਖਿਆ ਰਸ, ਤਉ ਲਾਗੈ ਪਛੁਤਾਪ। ਜੋ ਤੁਮਰੇ ਪ੍ਰਭ ਹੋਤੇ ਸੁਆਮੀ, ਹਰ ਤਿਨ ਕੇ ਜਪ ਹੋ ਜਾਪ। ਉਪਦੇਸ਼ ਕਰਤ ਨਾਨਕ ਜਨ ਤੁਮ ਕਉ, ਜੋ ਸੁਣੋ ਤਉ ਜਾਏ ਸੰਤਾਪ। ਦੋ ਪਦਿਆਂ ਵਾਲਾ ਸ਼ਬਦ ਹੈ ਸੰਖੇਪ ਦੇ ਵਿੱਚ। ਸਿੱਖਿਆ ਸਾਨੂੰ ਕੀ ਬਖਸ਼ਿਸ਼ ਹੈ, ਮੇਨ ਰੂਪ ਦੇ ਵਿੱਚ ਝਗੜੇ ਦੀ ਗੱਲ ਹੈ। ਸੋ ਭੂਮਿਕਾ ਰੂਪ ਦੇ ਵਿੱਚ ਪਹਿਲਾਂ ਆਪਾਂ ਝਗੜੇ ਬਾਰੇ ਵੇਰਵਾ ਲਈਏ ਵੀ ਝਗੜਾ ਹੈ ਕੀ ਹੈ, ਅਸੀਂ ਕਿਉਂ ਝਗੜਦੇ ਹਾਂ, ਇਹਦਾ ਕਾਰਨ ਕੀ ਹੈ। ਮੁੱਖ ਰੂਪ ਦੇ ਦੁਨੀਆ ਦੇ ਵਿੱਚ ਅਸੀਂ ਇਹ ਸਾਡੇ ਇੱਕ ਜੀਵਨ ਦਾ ਅੰਗ ਬਣ ਚੁੱਕਿਆ, ਐ ਮੰਨੀਏ ਆਪਾਂ। ਕੋਈ ਪ੍ਰਾਣੀ ਇਸ ਤਰ੍ਹਾਂ ਦਾ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਜ਼ਿੰਦਗੀ ਦੇ ਵਿੱਚ ਕਿਸੇ ਨਾਲ ਕਦੇ ਕੋਈ ਝਗੜਾ ਨਹੀਂ ਕੀਤਾ। ਕਰ ਸਕਦਾ ਕੋਈ ਵਿਰਲਾ ਹੋ ਸਕਦਾ ਜਿਹੜਾ ਕਦੇ ਵੀ ਨਾ ਝਗੜਿਆ ਹੋਵੇ। ਬਚਪਨ ਦੇ ਵੀ ਝਗੜਿਆ, ਜਵਾਨੀ 'ਚ ਵੀ ਝਗੜਿਆ, ਬੁਢਾਪੇ 'ਚ ਵੀ ਝਗੜਿਆ, ਘਰੇ ਵੀ ਝਗੜਿਆ, ਸਾਰੇ ਕਿਤੇ ਝਗੜਾ ਜਾਰੀ ਹੈ। ਅਤੇ ਗੁਰੂ ਸਾਹਿਬ ਦੇ ਨਿੱਜੀ ਇਹ ਜੀਵਨ ਦੇ ਵਿੱਚ ਇੱਕ ਉਥਾਨਕਾ ਜਿਹੜੇ ਸ਼ਬਦ ਦੇ ਬਾਰੇ ਦਿੱਤੀ ਗਈ ਹੈ ਕਿ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਨੇ ਗੁਰੂ ਅਰਜਨ ਪਾਤਸ਼ਾਹ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਉਦੋਂ ਉਹਨਾਂ ਦੇ ਵੱਡੇ ਸਪੁੱਤਰ ਭਾਈ ਪ੍ਰਿਥੀ ਚੰਦ ਜੀ ਨੇ ਬਹੁਤ ਵਿਰੋਧ ਕੀਤਾ। ਬੋਲ ਕਬੋਲ ਵੀ ਬੋਲੇ ਔਰ ਗੁਰੂ ਰਾਮਦਾਸ ਜੀ ਨਾਲ ਝਗੜੇ। ਇਹ ਉਥਾਨਕ ਹੈ ਇਸ ਦੀ, ਪਰ ਗੁਰਬਾਣੀ ਸਾਰੇ ਸੰਸਾਰ ਲਈ ਸਾਂਝੀ ਹੈ। ਇਹ ਉਥਾਨਕਾਂ ਦਿੱਤੀਆਂ ਗਈਆਂ ਕਿ ਵੀ ਇਹ ਸ਼ਬਦ ਇਸ ਪ੍ਰਤੀ ਉਚਾਰਨ ਕੀਤਾ ਹੈ, ਪਰ ਹੈ ਸਾਰੇ ਸੰਸਾਰ ਲਈ, ਇਕੱਲਾ ਪ੍ਰਿਥੀ ਚੰਦ ਲਈ ਨਹੀਂ ਹੈ, ਸਭ ਲਈ ਹੈ, ਸਾਡੇ ਸਾਰਿਆਂ ਲਈ ਹੈ। ਸੋ ਥੋੜ੍ਹੇ ਜਿਹੇ ਵੇਰਵੇ ਲੈ ਲਈਏ ਤਾਂ ਕਿ ਗੱਲ ਸਪਸ਼ਟ ਹੋ ਜਾਏ। ਇੱਕ ਸ਼ਬਦ ਹੁੰਦਾ ਤਕਰਾਰ। ਆਪਾਂ ਆਮ ਵਰਤਦੇ ਹਾਂ ਕਿ ਵੀ ਸਾਡਾ ਤਕਰਾਰ ਹੋ ਗਿਆ, ਕਿਸੇ ਗੱਲ ਤੋਂ ਹੋ ਗਿਆ, ਤਕਰਾਰ ਹੋ ਗਿਆ। ਅਗਰ ਅੰਦਰ ਈਰਖਾ ਨਹੀਂ ਹੈ ਨਾ, ਵੈਸੇ ਵਿਚਾਰਾਂ ਦੇ ਕਰਕੇ ਤਕਰਾਰ ਹੋ ਗਿਆ, ਕੋਈ ਗੱਲ ਨਹੀਂ। ਜੇ ਅੰਦਰ ਈਰਖਾ ਨਹੀਂ ਹੈ, ਜੇ ਅੰਦਰੋਂ ਈਰਖਾ ਕਰਕੇ ਤਕਰਾਰ ਹੋਇਆ ਫਿਰ ਉਹ ਝਗੜਾ ਹੈ। ਜੇ ਵੈਸੇ ਵਿਚਾਰਾਂ ਕਰਕੇ ਮਾੜਾ ਮੋਟਾ ਕੋਈ ਟਕਰਾਅ ਆ ਗਿਆ, ਉਹ ਤਕਰਾਰ ਕਈ ਵਾਰੀ ਪਿਆਰ 'ਚ ਵਾਧਾ ਵੀ ਕਰ ਦਿੰਦਾ ਹੈ, ਕਿਉਂਕਿ ਅੰਦਰ ਈਰਖਾ ਕੋਈ ਨਹੀਂ ਉਸ ਵਿਅਕਤੀ ਪ੍ਰਤੀ। ਠੀਕ ਹੈ, ਉਸ ਨੇ ਜਿੰਨੀ ਸਾਨੂੰ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਸਮਝ ਦਿੱਤੀ ਹੈ, ਉਹਦੀ ਉਸ ਵਿਚਾਰਧਾਰਾ ਨਾਲ ਸਹਿਮਤੀ ਬਣੀ ਅਤੇ ਉਹਦੇ ਉੱਤੇ ਦ੍ਰਿੜਤਾ ਉਹਨੇ ਪ੍ਰਗਟ ਕਰ ਦਿੱਤੀ ਵੀ ਮੈਂ ਇਹ ਠੀਕ ਮੰਨਦਾ, ਅਤੇ ਦੂਸਰੇ ਨੂੰ ਲੱਗੇ ਵੀ ਨਹੀਂ ਇਹ ਠੀਕ ਨਹੀਂ ਹੈ। ਸੋ ਜੇ ਤਕਰਾਰ ਦੇ ਵਿੱਚ ਪਿੱਛੇ ਈਰਖਾ ਨਹੀਂ ਹੈ ਤਾਂ ਪਿਆਰ ਹੋਰ ਵੱਧ ਸਕਦਾ ਹੈ, ਪਰ ਜੇ ਪਿੱਛੇ ਈਰਖਾ ਹੈ, ਝਗੜਾ ਕਰਨ ਦੇ ਵਿੱਚ ਅੰਦਰ ਦਵੈਸ਼ ਹੈ, ਤਾਂ ਕਰਕੇ ਤਕਰਾਰ ਕਰ ਰਿਹਾ ਵੀ ਮੈਨੂੰ ਮੈਂ ਉਹਦੇ ਨਾਲ ਈਰਖਾ ਕਰਦਾ ਤਾਂ ਕਰਕੇ ਝਗੜਾ ਕਰਦਾ, ਵੈਸੇ ਗੱਲ ਕੋਈ ਨਹੀਂ ਹੈ। ਸੋ ਉਹ ਝਗੜੇ ਦਾ ਕਾਰਨ ਫਿਰ ਅੱਗੇ ਵੱਧ ਕੇ ਕੀ ਹੁੰਦਾ ਹੈ, ਜਿੱਤ ਹਾਰ, ਕਿ ਵੀ ਇਹ ਝਗੜੇ 'ਚ ਹੁਣ ਮੈਂ ਜਿੱਤੂੰਗਾ, ਮੈਂ ਦੱਸਦਾ ਇਹਨੂੰ ਵੀ ਕਿਵੇਂ ਝਗੜਾ ਕਰ ਦਿੰਦਾ, ਜਿੱਤ ਮੇਰੀ ਹੋਊਗੀ, ਜਿੰਨਾ ਜੋ ਮਰਜ਼ੀ ਮੈਨੂੰ ਕੁਛ ਕਰਨਾ ਪਵੇ ਪਰ ਇਹਨੂੰ ਹਰਾਉਣਾ ਹੈ। ਉਸ ਉਹ ਹਰਾਉਣਾ ਇਸ ਹੱਦ ਤੱਕ ਪਹੁੰਚ ਜਾਂਦਾ, ਕਈ ਵਾਰੀ ਖੂਨ ਡੋਲਣ ਤੱਕ ਦੀ ਨੌਬਤ ਵੀ ਆ ਜਾਂਦੀ। ਗੱਲ ਛੋਟੀ ਮੋਟੀ ਹੁੰਦੀ ਹੈ। ਔਰ ਝਗੜੇ ਦੇ ਮੁੱਖ ਰੂਪ ਦੇ 'ਚ ਕਾਰਨ ਤਿੰਨ ਨੇ, ਜਰ, ਜੋਰੂ ਅਤੇ ਜ਼ਮੀਨ, ਹੋਰ ਕੋਈ ਨਹੀਂ ਹੈ। ਸੰਸਾਰਕ ਝਗੜੇ ਦੇ ਕਾਰਨ ਨੇ ਤਿੰਨ। ਜ਼ਮੀਨ ਜਾਇਦਾਦ ਪਿੱਛੇ ਲੜਾਈਆਂ ਹੁੰਦੀਆਂ ਨੇ, ਜਰ ਪਿੱਛੇ ਅਤੇ ਜੋਰੂ ਪਿੱਛੇ ਲੜਾਈਆਂ ਹੁੰਦੀਆਂ ਨੇ, ਆਪਾਂ ਪਹਿਲਾਂ ਵੇਰਵੇ ਲੈ ਚੁੱਕੇ ਹਾਂ। ਸੋ ਇਹ ਤਿੰਨ ਮੁੱਖ ਕਾਰਨ ਨੇ ਜਿਨ੍ਹਾਂ ਕਰਕੇ ਸੰਸਾਰੀ ਝਗੜੇ ਝੰਬੇਲੇ ਸਾਡੇ ਬਣੇ ਹੋਏ ਨੇ। ਹੁਣ ਇੱਥੇ ਵੀ ਰੌਲਾ ਹੈ, ਗੁਰੂ ਰਾਮਦਾਸ ਪਾਤਸ਼ਾਹ ਤੋਂ ਉਹ ਆਪਣੇ ਵੱਡੇ ਹੋਣ ਦਾ ਦਾਅਵਾ ਕਰਦੇ ਨੇ ਕਿ ਵੀ ਮੈਨੂੰ ਦਿਓ। ਗੁਰੂ ਅਰਜਨ ਦੇਵ ਜੀ ਨੂੰ ਕਿਉਂ? ਮੇਰਾ ਹੱਕ ਬਣਦਾ ਹੈ। ਹੁਣ ਸਤਿਗੁਰੂ ਜਿੱਥੇ ਉਸ ਤਰ੍ਹਾਂ ਦੀ ਗੱਲ ਆਉਂਦੀ ਹੈ ਧਾਰਮਿਕ ਰੂਹਾਨੀਅਤ ਦੀ,
ਉੱਥੇ ਉਸ ਘੇਰੇ 'ਚ ਹੈ ਨਹੀਂ, ਪਰਿਵਾਰਕ ਘੇਰੇ 'ਚੋਂ। ਔਰ ਜੇ ਪਰਿਵਾਰ ਦੇ ਵਿੱਚ ਵੀ ਉਹਨਾਂ ਨੂੰ ਜੋ ਜੋ ਲੱਗੂਗਾ ਉਹਨਾਂ ਨੇ ਉਹਨਾਂ ਨੂੰ ਦੇਣਾ। ਜੇ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਸਪੁੱਤਰਾਂ ਨੂੰ ਇਹ ਬਖਸ਼ਿਸ਼ ਕੀਤੀ, ਕਿਉਂਕਿ ਉਹਨਾਂ ਨੇ ਕਿਹਾ ਵੀ ਜੋ ਮੇਰੀ ਜਾਇਦਾਦ ਹੈ, ਜ਼ਮੀਨ ਹੈ, ਇਹ ਤੁਹਾਡੀ ਹੈ, ਇਹ ਨਹੀਂ ਮੈਂ ਕਿਸੇ ਨੂੰ ਦਿੰਦਾ, ਇਹ ਤੁਹਾਡੀ ਜੱਦੀ ਹੈ, ਤੁਸੀਂ ਵਰਤੋ, ਜੋ ਮਰਜ਼ੀ ਕਰੋ। ਪਰ ਜੋ ਇਹ ਹੈ, ਇਹ ਪਾਤਰਤਾ ਦੇਖ ਕੇ ਦਿੱਤੀ ਜਾਂਦੀ ਹੈ। ਇਹ ਭਾਈ ਲਹਿਣਾ ਜਿਹਨੂੰ ਮਿਲੂਗੀ, ਇਹ ਤੁਹਾਨੂੰ ਨਹੀਂ ਮਿਲਦੀ। ਸੋ ਜਿੱਥੇ ਤੱਕ ਇਹਨਾਂ ਤਿੰਨ ਗੱਲਾਂ ਦਾ ਸੰਬੰਧ ਹੈ, ਗੁਰਬਾਣੀ ਸਾਨੂੰ ਇੱਕ ਸੇਧ ਬਖਸ਼ਿਸ਼ ਕਰਦੀ ਹੈ। ਇਹਦੇ ਵਿੱਚ ਤਿੰਨ ਗੱਲਾਂ ਹੀ ਨੇ ਅਸਲ ਦੇ ਵਿੱਚ, ਭਗਤੀ, ਦੇਗ ਅਤੇ ਤੇਗ। ਇਹ ਬਰਾਬਰ ਦਾ ਦਰਜਾ ਰੱਖਦੀਆਂ ਨੇ। ਆਪਾਂ ਕੀ ਉਚਾਰਨ ਕਰਦੇ ਹਾਂ? ਦੇਗ, ਤੇਗ, ਫਤਿਹ, ਦੋਨੇ ਵਰਤਦੇ ਹਾਂ। ਪਹਿਲਾਂ ਭਗਤੀ ਹੈ, ਫਿਰ ਸ਼ਕਤੀ ਹੈ, ਦੇਗ ਤੇਗ ਹੈ। ਔਰ ਗੁਰੂ ਨਾਨਕ ਪਾਤਸ਼ਾਹ ਨੇ ਰਬਾਬ ਤੋਂ ਸ਼ੁਰੂ ਕੀਤਾ। ਇਹ ਧਰਮ ਕਿੱਥੋਂ ਸ਼ੁਰੂ ਹੋਇਆ? ਰਬਾਬ ਤੋਂ, ਅਤੇ ਸਮਾਪਤੀ ਨਗਾਰੇ 'ਤੇ ਜਾ ਕੇ ਹੋਈ ਹੈ। ਰਬਾਬ ਤੋਂ ਨਗਾਰੇ ਤੱਕ ਦਾ ਸਫ਼ਰ, ਭਗਤੀ, ਸ਼ਕਤੀ। ਸੋ ਇਹ ਕਿਉਂਕਿ ਅਸਲ 'ਚ ਤਿੰਨ ਗੱਲਾਂ ਜੇ ਸਾਨੂੰ ਸਮਝ 'ਚ ਆ ਜਾਣ ਤਾਂ ਅਸੀਂ ਝਗੜੇ ਤੋਂ ਮੁਕਤ ਹੋ ਸਕਦੇ ਹਾਂ। ਪਹਿਲੀ ਗੱਲ ਹੈਗੀ ਤਕਰਾਰ, ਜਿੱਥੋਂ ਸ਼ੁਰੂ ਹੁੰਦਾ ਹੈ। ਦੂਜੀ ਗੱਲ ਵਿਚਾਰ ਦੀ ਗੱਲ ਹੈ, ਅਤੇ ਇੱਕ ਪਿਆਰ ਦੀ ਗੱਲ ਹੈ। ਅਸਲ ਜੇ ਆਪਾਂ ਨੂੰ ਦੂਜੇ ਰੂਟ ਉਲਟ ਕੇ ਪੜ੍ਹੀਏ ਤਾਂ ਪਹਿਲਾਂ ਪਿਆਰ, ਫਿਰ ਵਿਚਾਰ, ਫਿਰ ਤਕਰਾਰ। ਸਭ ਤੋਂ ਪਹਿਲਾਂ ਮਸਲਾ ਪਿਆਰ ਨਾਲ ਹੀ ਹੱਲ ਹੋਣਾ, ਬੈਠ ਕੇ ਹੱਲ ਹੋਣਾ। ਚਲੋ ਜੇ ਲੱਗਦਾ ਵੀ ਇਹ 'ਚ ਕੋਈ ਉਲਝਣਬਾਜ਼ੀ ਹੈ, ਨਹੀਂ ਠੀਕ ਹੋ ਤਾਂ ਬੈਠ ਕੇ ਵਿਚਾਰਾਂ ਕੀਤੀਆਂ ਜਾ ਸਕਦੀਆਂ ਨੇ। ਪਰ ਜੇ ਵਿਚਾਰਾਂ ਦੇ ਵਿੱਚ ਸਹਿਮਤੀ ਨਾ ਬਣੇ, ਤਕਰਾਰ 'ਤੇ ਗੱਲ ਪਹੁੰਚ ਗਈ, ਫਿਰ ਉਹਦੇ ਪਿੱਛੇ ਈਰਖਾ ਨਹੀਂ ਹੋਣੀ ਚਾਹੀਦੀ। ਜੇ ਪਿੱਛੇ ਈਰਖਾ, ਫਿਰ ਉਹੀ ਜਿੱਤ ਹਾਰ ਖੂਨ ਡੋਲਣ ਵਾਲੀ ਗੱਲ ਬਣੂਗੀ। ਜੇ ਉਹਦੇ ਪਿੱਛੇ ਈਰਖਾ ਨਹੀਂ ਹੈ ਤਾਂ ਉਹ ਤਕਰਾਰ ਵੀ ਉੱਥੇ ਸੀਮਿਤ ਹੋ ਜਾਊਗਾ ਅਤੇ ਅੱਗੇ ਨਹੀਂ ਗੜਬੜ ਹੋਊਗੀ। ਸੋ ਕੀ ਬਣਿਆ? ਪਿਆਰ, ਵਿਚਾਰ, ਹਥਿਆਰ। ਆਪਾਂ ਵਰਤ ਲਈਏ ਤਕਰਾਰ ਦੇ ਵਿੱਚ ਹਥਿਆਰ। ਹੁਣ ਇਹਦੇ ਆਪਾਂ ਸੰਖੇਪ ਵੇਰਵਾ ਲੈ ਲਈਏ। ਪਹਿਲਾਂ ਪਿਆਰ ਪੂਰਵਕ ਇਹ ਸਾਰਾ ਖੇਲ ਚੱਲਣਾ ਚਾਹੀਦਾ, ਵਿਚਾਰਾਂ 'ਤੇ ਹੋਣਾ ਚਾਹੀਦਾ। ਅਗਰ ਇਹ ਸਹਿਮਤੀ ਬਣਦੀ ਹੀ ਨਹੀਂ ਹੈ ਕਿਸੇ ਤਰ੍ਹਾਂ ਵੀ, ਫਿਰ ਹਥਿਆਰ ਜਾਇਜ਼ ਹੈ। ਪਿਆਰ, ਵਿਚਾਰ, ਹਥਿਆਰ। ਕਿਉਂਕਿ ਖਾਲਸਾ ਅਕਾਲ ਪੁਰਖ ਕੀ ਫੌਜ ਹੈ। ਇਹਦੀ ਇਹ ਭਾਵਨਾ ਨਹੀਂ ਹੁੰਦੀ ਵੀ ਮੈਂ ਕਿਸੇ ਦੀ ਇੱਜ਼ਤ ਲੁੱਟਣੀ ਹੈ, ਐਂ ਨਹੀਂ ਲੜਦਾ। ਕਿਸੇ ਦੀ ਇੱਜ਼ਤ ਬਚਾਉਣੀ ਹੈ, ਐਂ ਲੜਦੀ ਹੈ ਫੌਜ। ਲੜਨ ਦਾ ਫਰਕ ਹੈ। ਇੱਕ ਲੜਾਈ ਹੁੰਦੀ ਹੈ ਲੜਾਈ ਝਗੜਾ ਕਰਕੇ ਬਦਲਾ ਲੈ ਕੇ ਕਿਸੇ ਨੂੰ ਥੱਲੇ ਲਾਉਣਾ, ਕਿਸੇ ਨੂੰ ਨੀਵਾਂ ਦਿਖਾਉਣਾ। ਇੱਕ ਹੁੰਦਾ ਉਹਦੀ ਸੁਧਾਈ ਕਰਨੀ, ਸੁਧਾਰ ਕਰਨਾ। ਸੋ ਗੁਰਮਤ ਦੇ ਵਿੱਚ ਇਸ ਤਰ੍ਹਾਂ ਦੀ ਪ੍ਰਵਾਨਗੀ ਦਿੱਤੀ ਗਈ ਹੈ। ਥੋੜ੍ਹੇ ਜਿਹੇ ਵੇਰਵੇ ਲੈ ਲਏ ਆਪਾਂ। ਭਗਤ ਕਬੀਰ ਜੀ ਦੇ ਬਚਨ ਆ ਜਿਹੜੇ ਇੱਥੋਂ ਸ਼ੁਰੂ ਕੀਤਾ। ਕਿਉਂ ਮੇਰੇ ਦਿਮਾਗ 'ਚ ਗੱਲ ਆਈ ਵੀ ਇਹਦੇ ਬਾਰੇ ਵੀ ਵਿਚਾਰ ਆਪਾਂ ਨੂੰ ਕਰਨੀ ਚਾਹੀਦੀ। ਔਰ ਗੁਰੂ ਗ੍ਰੰਥ ਸਾਹਿਬ 'ਚ ਝਗੜਿਆਂ ਬਾਰੇ ਬਹੁਤ ਸਾਰੇ ਸ਼ਬਦ ਦਰਜ ਨੇ। ਸੋ ਅੱਜ ਦਾ ਜੋ ਆਪਾਂ ਨੇ ਸ਼ਬਦ ਸਰਵਣ ਕੀਤਾ 1200 ਅੰਕ 'ਤੇ ਸ਼ੋਭਿਤ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ। ਭਗਤ ਕਬੀਰ ਜੀ ਕਹਿੰਦੇ ਕਿ ਝਗੜਾ ਏਕ ਨਵੇਰੋ ਰਾਮ। ਮੇਰੇ ਮਨ 'ਚ ਵੀ ਇੱਕ ਝਗੜਾ ਚੱਲਦਾ, ਤੁਸੀਂ ਨਿਬੇੜੋਗੇ। 5 ਪ੍ਰਸ਼ਨ ਕੀਤੇ ਵੀ ਰਾਮ ਵੱਡਾ ਹੈ, ਕਿ ਬ੍ਰਹਮਾ ਵੱਡਾ ਹੈ, ਕਿ ਵੇਦ ਵੱਡਾ ਹੈ, ਤੀਰਥ ਵੱਡਾ ਹੈ, ਕਿ ਹਰੀ ਦਾ ਦਾਸ ਵੱਡਾ ਹੈ, ਨਾਮ ਵੱਡਾ ਹੈ, ਕਿਹੜਾ ਵੱਡਾ? ਇਹ 5 ਪ੍ਰਸ਼ਨ ਨੇ ਉਸ ਸ਼ਬਦ ਦੇ ਵਿੱਚ। ਤੀਰਥ ਵੱਡਾ ਕਿ ਹਰ ਕੋ ਦਾਸ, ਕਿਹੜਾ ਵੱਡਾ? ਹੁਣ ਜੇ ਆਪਾਂ ਡੂੰਘਾਈ 'ਚ ਦੇਖਦੇ ਹਾਂ ਤਾਂ ਤੀਰਥ ਬਣੂਗੀ ਤਾਂ ਜੇ ਉੱਥੇ ਹਰੀ ਦੇ ਦਾਸ ਦੇ ਕਿਸੇ ਦੇ ਚਰਨ ਪਏ ਨੇ ਤਾਂ ਹੀ ਬਣਿਆ, ਨਹੀਂ ਤਾਂ ਬਣਦੇ ਨਹੀਂ ਹੈ। ਆਪਣੇ ਆਪ ਤਾਂ ਕੋਈ ਨਹੀਂ। ਜੇ ਉੱਥੇ ਉਸ ਤਰ੍ਹਾਂ ਦੀ ਹੋਈ ਗੱਲ ਤਾਂ ਉਹਦੀ ਹੋਂਦ ਆਇਆ ਵੀ ਇਹ ਤੀਰਥ ਹੈ, ਵੀ ਇੱਥੇ ਇਹ ਭਗਤ ਜਨ ਆਏ ਨੇ, ਇਹ ਗੁਰੂ ਸਾਹਿਬਾਨਾਂ ਨੇ ਸਰੋਵਰ ਤਿਆਰ ਕਰਾਇਆ, ਤਾਂ ਹੀ ਉਹਦਾ ਮਹੱਤਤਾ ਬਣੀ। ਇਸ ਲਈ ਵੱਡਾ ਤਾਂ ਹਰੀ ਦਾ ਦਾਸ ਹੈ ਤੀਰਥ ਨਾਲੋਂ। ਇਹ ਝਗੜੇ ਦੀ ਗੱਲ ਕੀਤੀ, ਪਹਿਲੀ ਗੱਲ। ਦੂਜੀ ਗੱਲ ਦੇ ਝਗੜੇ ਦੀ ਕੀ ਗੱਲ ਕੀਤੀ ਕਿ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਭਗਤ ਕਬੀਰ ਜੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਸੀ ਵੀ ਮੇਰੇ ਨਾਲ ਰੱਬ ਵੀ ਲੜ ਪਊਗਾ, ਅਤੇ ਤੂੰ ਮੇਰੇ ਨਾਲ ਵੀ ਲੜ ਪਿਆ। ਹੁਣ ਇਹ ਵੀ ਸ਼ਬਦ ਦਰਜ ਹੈ ਕਿ ਭਗਤ ਕਬੀਰ ਜੀ ਹੱਜ ਕਰਨ ਲਈ ਜਾਂਦੇ ਨੇ।
ਔਰ ਉਹਦੀ ਪੰਕਤੀ ਹੈ, ਸਾਈਂ ਮੁਝ ਸੇ ਲੜ ਪਰਿਆ, ਕੋਈ ਮੇਰੇ ਨਾਲ ਸਾਈਂ ਲੜ ਪਿਆ। ਭਗਤ ਕਬੀਰ ਜੀ ਨੂੰ ਰੋਕ ਲਿਆ ਰਸਤੇ 'ਚ। ਉਹਨਾਂ ਦੇ ਬਚਨ ਨੇ ਕੀ ਕਹਿਣ ਲੱਗੇ ਵੀ ਕਬੀਰ ਮੈਂ ਤੇਰੇ ਨਾਲ ਲੜਦਾ। ਕਿਉਂ ਲੜਦਾ? ਕਿਉਂਕਿ ਜੇ ਤਾਂ ਕੋਈ ਹੁੰਦਾ ਅਗਿਆਨੀ, ਇਹ ਦਾਤ ਤੈਨੂੰ ਨਾ ਮਿਲੀ ਹੁੰਦੀ ਗਿਆਨ ਵਾਲੀ, ਤੈਨੂੰ ਤਾਂ ਗਿਆਨ ਦੀ ਹਨੇਰੀ ਆਈ ਹੋਈ ਹੈ, ਤੂੰ ਤਾਂ ਉਸ ਅਵਸਥਾ 'ਚ ਪਹੁੰਚ ਚੁੱਕਿਆ ਕਿ ਤੂੰ ਕਿੱਥੇ ਚੱਲਿਆ? ਹੱਜ ਕਰਨ ਚੱਲਿਆ। ਮੈਂ ਕਿਹੜੀ ਜਗ੍ਹਾ 'ਤੇ ਨਹੀਂ ਹੈਗਾ ਤੂੰ ਦੱਸ। ਤੈਨੂੰ ਕਿਹਨੇ ਦੱਸਿਆ ਮੈਂ ਉੱਥੇ ਬੈਠਿਆ? ਕਿਸੇ ਨੇ ਦੱਸਿਆ ਤੈਨੂੰ ਵੀ ਮੈਂ ਉੱਥੇ ਕਾਬੇ ਦੇ ਵਿੱਚ ਹੀ ਹਾਂ? ਅਤੇ ਭਗਤ ਜੀ ਕਹਿਣ ਲੱਗੇ ਮੈਨੂੰ ਪਰਮਾਤਮਾ ਨੇ ਇਹ ਮੇਰੇ ਨਾਲ ਝਗੜਾ ਕੀਤਾ ਵੀ ਤੈਨੂੰ ਪਤਾ ਹਰ ਜਗ੍ਹਾ 'ਤੇ ਰੱਬ ਹੈ, ਕਿੱਥੇ ਪਰਮਾਤਮਾ ਨੇ? ਕਿਹੜੀ ਜਗ੍ਹਾ ਇਸ ਤਰ੍ਹਾਂ ਦੀ ਹੈ ਜਿੱਥੇ ਪਰਮਾਤਮਾ ਨਹੀਂ? ਸਪੈਸ਼ਲ ਨਹੀਂ ਕਿਤੇ ਵੀ ਇੱਥੇ ਬੈਠਿਆ, ਐਂ ਨਹੀਂ ਮੰਨਣਾ। ਉਹ ਜਗ੍ਹਾ ਦਾ ਇੱਕ ਮਹੱਤਵ ਅਲੱਗ ਤੌਰ 'ਤੇ ਇਤਿਹਾਸਕ ਹੋ ਸਕਦਾ ਹੈ। ਵੈਸੇ ਮਤਲਬ ਇਹ ਹੈਗਾ ਕਿ ਉੱਥੇ ਬਹਿ ਕੇ ਭਜਨ ਬੰਦਗੀ ਕਹਿੰਦਾ ਚਾਰਜ ਹੋ ਗਈ, ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ। ਪਰ ਹੈ ਹਰ ਜਗ੍ਹਾ। ਇਹਦਾ ਮਤਲਬ ਇਹ ਨਹੀਂ ਵੀ ਘਰੇ ਹੈ ਨਹੀਂ ਉਹ, ਜੇ ਸੜਕ ਦੇ ਅੱਗੇ ਸਭ ਕਿਤੇ ਉਹਦਾ ਸਦਾ ਅੰਗ ਸੰਗੀ ਆ ਉਹਦਾ। ਦੂਜੀ ਗੱਲ ਇਹ ਆਈ। ਔਰ ਤੀਜੀ ਗੱਲ, ਢਾਕੇ ਦੇ ਵਿੱਚ ਬੰਗਾਲ ਢਾਕਾ, ਔਰੰਗਜ਼ੇਬ ਨੇ ਉੱਥੋਂ ਦਾ ਇੱਕ ਜਿਹੜਾ ਰਾਜਾ ਸੀਗਾ, ਪਰਨਪਾਲ ਸੀ ਉਹਦਾ ਨਾਂ, ਪਰਨਪਾਲ ਸਿੰਘ, ਉਹਦੇ ਨਾਲ ਉਹ ਕੀ ਈਰਖਾ ਕਰਦਾ ਸੀ। ਔਰੰਗਜ਼ੇਬ ਨੇ ਕਾਫੀ ਯਤਨ ਕੀਤੇ, ਆਪਦੇ ਕਈ ਜਰਨੈਲ ਭੇਜ ਕੇ ਵੀ ਇਹਨੂੰ ਠੀਕ ਕੀਤਾ ਜਾਵੇ, ਇਹਨੂੰ ਸਬਕ ਸਿਖਾਇਆ ਜਾਵੇ, ਪਰ ਉਹ ਇੰਨਾ ਸ਼ਕਤੀਸ਼ਾਲੀ ਸੀਗਾ ਕਿ ਉਹਨਾਂ ਦੀ ਬਾਹ ਨਹੀਂ ਚੱਲਣ ਦਿੱਤੀ ਕਿਸੇ ਦੀ। ਫਿਰ ਉਹਨੇ ਕੀ ਕੀਤਾ, ਉੱਥੋਂ ਹੀ ਇੱਕ ਰਾਜਾ ਸੀ ਜਿਹੜਾ ਜਿਹਦਾ ਨਾਂ ਰਾਮ ਸਿੰਘ ਆਉਂਦਾ ਇਤਿਹਾਸ 'ਚ, ਉਹਨੂੰ ਪਕੜਿਆ ਵੀ ਤੂੰ ਐਂ ਕਰ, ਤੂੰ ਹਰਾ ਇਹਨੂੰ, ਕਿਉਂਕਿ ਤੂੰ ਇੱਥੇ ਵਿੱਚ ਲੋਕ ਲੈ, ਤੂੰ ਹਰਾ ਸਕਦਾ, ਇੱਥੇ ਠੀਕ ਨਹੀਂ ਆ ਰਿਹਾ। ਅਤੇ ਰਾਜਾ ਰਾਮ ਸਿੰਘ ਸ਼ਰਧਾਲੂ ਸੀ। ਉਸ ਸਮੇਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਰੱਬਸਬੱਬੀ ਉੱਥੇ ਢਾਕੇ ਬੰਗਾਲ 'ਚ ਗਏ ਹੋਏ ਸੀਗੇ। ਅਤੇ ਰਾਜਾ ਰਾਮ ਸਿੰਘ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਵੀ ਮੈਨੂੰ ਇਹਦੇ ਨਾਲ ਝਗੜਾ ਕਰਨ ਦੀ ਗੱਲਬਾਤ ਹੈ। ਅਤੇ ਗੁਰੂ ਸਾਹਿਬ, ਕਿਉਂਕਿ ਗੁਰੂ ਸਾਹਿਬ ਸਾਡੇ ਸਾਰਿਆਂ ਦੇ ਲਈ ਕਿਰਪਾ ਕਰਦੇ ਨੇ ਸਾਰੇ ਸੰਸਾਰ ਦੇ ਉੱਪਰ, ਉਹ ਕਹਿੰਦੇ ਵੀ ਤੁਹਾਡੇ ਦੋਨਾਂ ਦੀ ਸੁਲਹ ਕਰਾ ਦਿੰਦੇ ਹਾਂ, ਝਗੜਾ ਕਾਹਦੇ ਵਾਸਤੇ ਕਰਨਾ, ਤੁਹਾਡਾ ਕੀ ਝਗੜਾ? ਉਹ ਵੇਰਵੇ ਹੁੰਦੇ ਨੇ ਇਤਿਹਾਸਕ ਲੰਬੇ ਚੌੜੇ ਕਿ ਉਹਨਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਉਹਨਾਂ ਦੋਨਾਂ ਦਾ ਆਪ 'ਚ ਸੁਲ੍ਹਾ ਕਰਾਤੀ। ਸੋ ਸੁਲ੍ਹਾ ਕਰਾਉਣ ਵਾਲਾ ਵੱਡਾ, ਝਗੜਾ ਪਵਾਉਣ ਵਾਲਾ ਮੂਰਖ ਹੈ। ਸੋ ਅਸੀਂ ਕਿਉਂ ਝਗੜਦੇ ਹਾਂ, ਇਹਦਾ ਕਾਰਨ ਪਤਾ ਲੱਗ ਗਿਆ। ਅਤੇ ਸਾਨੂੰ ਇਹ ਤੋਂ ਛੁਟਕਾਰਾ ਕਿਵੇਂ ਹੋ ਸਕਦਾ ਹੈ? ਅਗਰ ਅਸੀਂ ਉਸ ਤਰ੍ਹਾਂ ਦੀ ਹਾਲਤ ਤੋਂ ਜਾਣੂ ਹੋ ਗਏ ਕਿ ਮੈਂ ਝਗੜਾ ਕਰਦਾ ਕਾਹਦੇ ਪਿੱਛੇ ਆ, ਕਿਉਂ ਕਰਦਾ, ਇਹਦਾ ਕਾਰਨ ਕੀ ਹੈ? ਸੋ ਇੱਕ ਸਿਆਣਾ ਬੰਦਾ ਦੇ ਨਾਲ ਕੋਈ ਝਗੜਾ ਕਰਨਾ ਸ਼ੁਰੂ ਕਰਤਾ ਰਸਤੇ 'ਚ, ਕਿਸੇ ਨੇ, ਮੂਰਖ ਨੇ, ਬੋਲੀ ਗਿਆ ਅਤੇ ਮਾੜਾ ਮੋਟਾ ਉਹਦੇ ਉੱਤਰ ਉਹ ਵੀ ਦੇਗਾ ਦਲੀਲ। ਅਤੇ ਜਦੋਂ ਉਹਨੇ ਗੁਲਾਮਾਂ ਫੜ ਲਿਆ, ਫਿਰ ਜਿਹੜਾ ਸਿਆਣਾ ਸੀਗਾ ਉਹ ਚੁੱਪ ਕਰ ਗਿਆ, ਹੱਥ ਜੋੜ ਦਿੱਤੇ ਉਹਨੇ। ਅਤੇ ਇੱਕ ਹੋਰ ਦੇਖ ਰਿਹਾ ਸੀ, ਕਿਉਂਕਿ ਸਾਨੂੰ ਆਮ ਤੌਰ 'ਤੇ ਸਾਡਾ ਜਿਹੜਾ ਮਨ ਹੈ ਨਾ, ਕਿਤੇ ਦੋ ਬੰਦਿਆਂ ਦਾ ਝਗੜਾ ਹੋਵੇ ਭੱਜ ਕੇ ਉੱਥੇ ਦੇਖਣ ਦਾ ਸਾਨੂੰ ਰਹਿੰਦਾ ਹੈ। ਛੇਤੀ ਕਰਦੇ ਕਈ ਵਾਰੀ ਹਟਾਉਂਦੇ ਵੀ ਨਹੀਂ, ਚੱਲ ਦੇਖ ਲੈਂਦੇ ਮਾੜਾ ਜਿਹਾ ਵੀ ਕਿੰਨਾ ਕੁ ਹੈ। ਕੋਈ ਸਿਆਣਾ ਬੰਦਾ ਕਹਿੰਦਾ ਵੀ ਨਾ ਲੜੋ ਭਾਈ, ਝਗੜਾ ਨਾ ਕਰੋ, ਨਾ ਕਰੋ। ਬਹੁਤੇ ਤਾਂ ਮੂਵੀ ਬਣਾਉਣ ਵਾਲੇ ਹੁੰਦੇ ਆ ਮਾਪ ਕਰਨਾ ਵੀ ਦੇਖੋ ਭਲਾ ਰਸ ਲੈਂਦੇ ਆ ਤੁਸੀਂ ਝਗੜੇ 'ਚੋਂ ਰਸ, ਕਿਉਂਕਿ ਅੰਦਰ ਝਗੜਾ ਹੈ, ਇਸ ਕਰਕੇ ਰਸ ਲੈਂਦੇ ਆ। ਤਾਂ ਉਹ ਜੋ ਸਿਆਣਾ ਬੰਦਾ ਸੀ, ਇੱਕ ਵਿਅਕਤੀ ਜੀ ਨੇ ਪੁੱਛਿਆ ਕਿ ਭਾਈ ਸਾਹਿਬ ਤੂੰ ਪਹਿਲਾਂ ਤਾਂ ਬੋਲੀ ਗਿਆ, ਅਤੇ ਜਦੋਂ ਉਹਨੇ ਜਮੇ ਅੱਗੇ ਸ਼ੁਰੂ ਕੀਤਾ ਤੂੰ ਚੁੱਪ ਹੀ ਕਰ ਗਿਆ। ਉਹ ਕਹਿੰਦੇ ਵੀ ਉੱਥੇ ਤੱਕ ਹੀ ਸੀ, ਉਦੋਂ ਗਾਹਾਂ ਤਾਂ ਫਿਰ ਲਾਸਟ ਕਹਾਣੀ ਹੈ ਹਥਿਆਰ ਵਾਲੀ। ਅਤੇ ਮੇਰੇ ਉਹ ਪੰਕਤੀ ਮੂਰਖ ਨਾਲ ਨਾ ਲੁੱਝੀ ਹੈ, ਉਹਦੇ ਨਾਲ ਇੱਕ ਝਗੜਾ ਕਰਕੇ ਨਿਕਲੂਗਾ ਕਿ ਪ੍ਰਾਪਤੀਆਂ ਕੀ ਹੋਣਗੀਆਂ। ਸੋ ਸਾਰੀ ਜ਼ਿੰਦਗੀ ਸਾਡੇ ਜੀਵਨ ਦਾ ਅੰਗ ਹੈ। ਜੇ ਈਰਖਾ ਨਹੀਂ ਤਾਂ ਕੋਈ ਚੱਕਰ ਨਹੀਂ, ਮਾੜਾ ਮੋਟਾ ਤਾਂ ਹੋਊਗਾ। ਦੇਖੋ ਇਸ 'ਚ ਤਾਂ ਹੈ ਹੀ ਨਹੀਂ ਵੀ ਆਪਾਂ ਮਨੁੱਖੀ ਸੁਭਾਅ ਹੈ ਆਪਣਾ, ਝਗੜਾ ਤਾਂ ਹੋਊਗਾ, ਘਰੇ ਵੀ ਹੋਊਗਾ, ਕੁਛ ਵੀ ਕਿਸੇ ਵੀ ਗੱਲ 'ਤੇ ਟਕਰਾਅ ਹੋ ਸਕਦਾ। ਪਰ ਜੇ ਅੰਦਰ ਬਦਲੇ ਦੀ ਭਾਵਨਾ ਨਹੀਂ ਹੈ, ਫਿਰ ਕੋਈ ਗੱਲ ਨਹੀਂ, ਫਿਰ ਉਸ ਤਰ੍ਹਾਂ ਪਿਆਰ ਬਰਕਰਾਰ ਰਹੂਗਾ,
ਘਰੇ ਆਪਾਂ ਕਿੰਨੇ ਵਾਰੀ ਝਗੜਦੇ ਹਾਂ, ਪਰ ਫਿਰ ਆਪਾਂ ਕਿਉਂਕਿ ਉਹਨਾਂ ਪ੍ਰਤੀ ਆਪਣੇ ਬਦਲੇ ਦੀ ਭਾਵਨਾ ਬਹੁਤ ਘੱਟ ਹੁੰਦੀ ਹੈ, ਇਸ ਕਰਕੇ ਆਪਾਂ ਫਿਰ ਚੁੱਪ ਕਰ ਜਾਂਦੇ ਵੀ ਯਾਰ ਕੋਈ ਨਹੀਂ ਝਗੜਾ ਹੈ, ਫਿਰ ਸਹੀ ਹੋ ਗਿਆ, ਫਿਰ ਸਹੀ ਹੋ ਗਿਆ। ਹੁਣ ਜੇ ਬਦਲੇ ਦੀ ਭਾਵਨਾ ਹੋ ਗਈ, ਫਿਰ ਚਾਹੇ ਸਗਾ ਭਰਾ ਹੈ, ਚਾਹੇ ਪਿਓ ਹੈ, ਚਾਹੇ ਮਾਂ ਹੈ, ਚਾਹੇ ਜੋ ਮਰਜ਼ੀ ਕੋਈ ਮਰਜ਼ੀ ਰਿਸ਼ਤਾ ਹੈ, ਫਿਰ ਉੱਥੇ ਜਿੱਤ ਹਾਰ ਦੀ ਗੱਲ ਬਣ ਜਾਂਦੀ ਹੈ ਕਿ ਮੈਂ ਇਹਨੂੰ ਜਿੱਤਣਾ ਹੈ, ਬਸ ਮੈਂ ਆਪਦੀ ਝੰਡੀ ਦਿਖਾਉਣੀ ਹੈ, ਇਹਨੂੰ ਹਰਾਉਣਾ ਹੈ, ਜੋ ਮਰਜ਼ੀ ਮੈਨੂੰ ਕੁਛ ਕਰਨਾ ਪਵੇ। ਜਗ੍ਹਾ ਜਗ੍ਹਾ ਜਾ ਕੇ ਉਹਦਾ ਪ੍ਰਚਾਰ ਵੀ ਕਰੂਗਾ, ਪਰ ਉਹਨੂੰ ਫਰਕ ਨਹੀਂ ਪੈਂਦਾ। ਚਾਹੇ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ। ਉਹਦੀ ਹਾਲਤ ਇਹ ਬਣ ਜਾਂਦੀ ਜੇ ਜਿੱਥੇ ਗੁਰੂ ਦਾ ਗਿਆਨ ਆ ਗਿਆ ਕਿ ਵੀ ਮੈਂ ਤਾਂ ਰਾਮ ਨਾਮ ਦੇ ਗੁਣ ਗਾਉਣਾ, ਮੇਰੀ ਕੋਈ ਨਿੰਦਾ ਕਰਦਾ ਕਰੀ ਜਾਵੇ, ਮੈਂ ਆਪਦਾ ਗੁਣ ਨਹੀਂ ਛੱਡਦਾ। ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਗਵਾਵੈ, ਮੈਂ ਨਹੀਂ ਰੱਬ ਦਾ ਨਾਂ ਲੈਣ ਹਟਦਾ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਰ, ਕਿਉਂਕਿ ਆਪ ਹਮ ਚੱਲੀ ਠਾਕਰ ਪੈ ਹਾਰ। ਮੈਂ ਹਾਰ ਕੇ ਚੱਲ ਪਿਆ, ਕਿਉਂਕਿ ਹੁਣ ਮੈਨੂੰ ਸਮਝ ਆ ਗਈ ਵੀ ਤੂੰ ਘੱਟ ਗੁਜ਼ਾਰਾ ਕੋਈ ਨਹੀਂ ਹੋਣਾ। ਸੋ ਸਤਿਗੁਰੂ ਜੋ ਅੱਜ ਦਾ ਸ਼ਬਦ ਦੇ ਪਾਵਨ ਬਖਸ਼ਿਸ਼ ਕਰਦੇ ਨੇ, ਆਪਾਂ ਉਸ ਸਰਲ ਰੂਪ ਦੀ ਵਿਆਖਿਆ ਦੇ ਵਿੱਚ ਇਹ ਸੰਦੇਸ਼ ਆਪਣੇ ਹਿਰਦੇ 'ਚ ਵਸਾਈਏ। ਅਤੇ ਸਤਿਗੁਰੂ ਕੀ ਬਚਨ ਕਰਦੇ ਨੇ, ਕਾਹੇ ਪੂਤ ਝਗਰਤ ਹਉ ਸੰਗ ਬਾਪ। ਇਹ ਪੁੱਤਰ ਆਪਣੇ ਬਾਪ ਦੇ ਨਾਲ, ਸੰਗ ਮੈਨੇ ਨਾਲ, ਹਉ ਮੈਨੇ ਕਿਉਂ ਕਾਹੇ ਮੈਨੇ ਕਿਉਂ ਤੁਸੀਂ ਇਹ ਕੰਮ ਕਰ ਰਹੇ ਹੋ, ਕਿਉਂ ਆਪਣੇ ਪਿਤਾ ਦੇ ਨਾਲ, ਬਾਪ ਕਿਹਾ ਜਾਂਦਾ ਪੰਜਾਬੀ ਆਪਾਂ ਬਾਪ ਕਹਿੰਦੇ ਹਾਂ, ਬਾਪੂ ਜੀ ਕਹਿੰਦੇ ਹਾਂ, ਪਿਤਾ ਕਹਿੰਦੇ ਹਾਂ, ਤੁਸੀਂ ਆਪਣੇ ਬਾਪ ਨਾਲ ਕਿਉਂ ਝਗੜਾ ਕਰਦੇ ਹੋ? ਇਹਦਾ ਕਾਰਨ ਕੀ ਹੈ? ਕਾਹੇ ਪੂਤ ਝਗਰਤ ਹਉ ਸੰਗ ਬਾਪ, ਤੁਸੀਂ ਕਿਉਂ ਕਿਸ ਕਾਰਨ ਕਰਕੇ ਝਗੜਾ ਕਰਦੇ ਹੋ? ਇਹਦਾ ਕਾਰਨ ਕੀ ਹੈ? ਕਿਉਂ ਝਗੜਦਾ ਮੇਰੇ ਨਾਲ? ਆਮ ਤੌਰ 'ਤੇ ਸਾਡਾ ਝਗੜਾ ਚੱਲਦਾ ਹੈ, ਬਾਪ ਨਾਲ ਵੀ ਝਗੜਾ ਸ਼ੁਰੂ ਹੋ ਜਾਂਦਾ। ਬਹੁਤ ਸਾਰੇ ਸਪੁੱਤਰ ਇਸ ਤਰ੍ਹਾਂ ਦੇ ਜਿਹੜੇ ਅੱਗੇ ਕਰ ਜਾਂਦੇ ਨੇ, ਕਦੇ ਵੀ ਨਹੀਂ ਝਗੜਦੇ, ਉਹ ਜਰ ਜਾਂਦੇ ਨੇ, ਉਹਨਾਂ ਦੇ ਸੰਸਕਾਰ ਹੁੰਦੇ ਨੇ, ਉਹਨੇ ਹੀ ਅੱਗੇ ਬੋਲਦੇ, ਕਦੇ ਵੀ ਨਹੀਂ ਬੋਲਦੇ। ਇਹ ਆਪਾਂ ਨੂੰ ਸਮਾਜ 'ਚ ਵਿਚਰ ਕੇ ਪਤਾ ਲੱਗਦਾ। ਭਾਵੇਂ ਦੀ ਉਹਨੂੰ ਇਹ ਲੱਗੇ ਕਿ ਮੇਰੇ ਬਜ਼ੁਰਗ ਨੇ, ਮੇਰੇ ਬਾਪ ਨੇ ਕੰਮ ਗਲਤ ਕਰਤਾ, ਇਹ ਫੈਸਲਾ ਉਹਨੇ ਗਲਤ ਲੈ ਲਿਆ, ਉਹਨੂੰ ਇਹ ਲੱਗੇ, ਪਰ ਉਹ ਫਿਰ ਵੀ ਨਹੀਂ ਕਹਿੰਦਾ ਦੇਖੋ ਗੱਡੀ ਕਮਾਲ ਦੇ ਸੰਸਕਾਰ ਨੇ, ਕਹਿੰਦਾ ਫਿਰ ਵੀ ਨਹੀਂ, ਕਿਉਂਕਿ ਮੇਰਾ ਬਾਪ ਹੈ ਅਤੇ ਮੇਰੇ ਕੋਲ ਇਹ ਅਧਿਕਾਰ ਨਹੀਂ ਕਿ ਮੈਂ ਇਹਦੀ ਗੱਲ ਕੱਟਾਂ। ਜਿਹਨੇ ਮੈਨੂੰ ਜੰਮਿਆ, ਜਿਹਨੇ ਮੈਨੂੰ ਪਾਲਿਆ, ਜਿਹਨੇ ਮੈਨੂੰ ਪੋਸਿਆ, ਜਿਹਨੇ ਮੈਨੂੰ ਸਾਰਾ ਕੁਛ ਇਹ ਸੰਸਾਰ ਦਿਖਾਇਆ, ਇਸ ਤਰ੍ਹਾਂ ਕੀਤਾ, ਔਰ ਉਹ ਸਭ ਕੁਛ ਮੇਰੇ ਲਈ ਕਰ ਰਿਹਾ। ਜੇ ਮੈਨੂੰ ਜਿਵੇਂ ਕੋਈ ਆਮ ਜੇ ਨੋਰਮਲ ਦੀ ਆਪਾਂ ਗੱਲ ਕਰਦੇ ਹਾਂ, ਅਬ ਨੋਰਮਲ ਦੀ ਨਹੀਂ ਹੈ, ਤਾਂ ਫਿਰ ਮੈਂ ਉਹਦੀ ਗੱਲ ਕੱਟਾਂ ਕਿਉਂ? ਜੋ ਕੁਛ ਕਰ ਰਿਹਾ ਉਹ ਮੇਰੇ ਭਲੇ ਵਾਸਤੇ ਕਰ ਰਿਹਾ, ਮੇਰੇ ਚੰਗੇ ਵਾਸਤੇ ਕਰ ਰਿਹਾ। ਪਰ ਆਮ ਤੌਰ 'ਤੇ ਦੁਨੀਆ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਕਿ ਉਹਨਾਂ ਦਾ ਪਿਓ ਪੁੱਤ ਦਾ ਵੀ ਝਗੜਾ ਚੱਲਦਾ ਵੀ ਨਹੀਂ, ਤੈਨੂੰ ਨਹੀਂ ਪਤਾ, ਮੈਨੂੰ ਪਤਾ, ਤੂੰ ਇਸ ਤਰ੍ਹਾਂ ਕਰ। ਹੁਣ ਪ੍ਰਿਥੀ ਚੰਦ ਦੀ ਵੀ ਇੱਥੇ ਇਹੀ ਸਲਾਹ ਹੈ ਕਿ ਤੁਸੀਂ ਮੈਨੂੰ ਬਣਾਓ। ਕਾਹੇ ਪੂਤ ਝਗਰਤ ਹਉ ਸੰਗ ਬਾਪ, ਜਿਨ ਕੇ ਜਣੇ ਵਡੀਰੇ ਤੁਮ ਹਉ ਮੈਨੇ ਤੁਸੀਂ, ਤੁਮ ਮੈਨੇ ਤੁਸੀਂ, ਜਿਸ ਦੇ ਤੁਸੀਂ ਜਣੇ ਹੋਏ ਹੋ, ਜਿਨ੍ਹਾਂ ਨੇ ਤੁਹਾਨੂੰ ਜਨਮ ਦਿੱਤਾ। ਵਡੀਰੇ ਮੈਨੇ ਵਡਿਆਇਆ, ਜਿਨ੍ਹਾਂ ਨੇ ਲਾੜ ਲੜਾਇਆ। ਹਰ ਮਾਂ ਬਾਪ ਆਪਣੇ ਬੱਚਿਆਂ ਨੂੰ ਲਾੜ ਲੜਾਉਂਦਾ ਹੈ, ਜਿੰਨੀ ਉਹਦੀ ਸਮਰੱਥ ਹੈ, ਉਦੋਂ ਵੀ ਵੱਧ। ਉਹ ਖੁਦ ਕਈ ਵਾਰੀ ਇਸ ਤਰ੍ਹਾਂ ਦੀ ਹਾਲਤ ਕੱਟ ਸਕਦਾ, ਪਰ ਉਹਨੂੰ ਇਹ ਲੱਗਦਾ ਕਿ ਇਹਨੂੰ ਨਹੀਂ ਕੋਈ ਵੀ ਪ੍ਰੋਬਲਮ ਹੋਣੀ ਚਾਹੀਦੀ। ਇਹ ਕੁਦਰਤ ਦਾ ਇੱਕ ਮੋਹ ਪਾਇਆ ਹੋਇਆ ਹੈ। ਜਿਨ ਕੇ ਜਣੇ ਵਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ। ਅਤੇ ਸਤਿਗੁਰੂ ਬਚਨ ਕਰਦੇ ਨੇ ਕਿ ਉਹਨਾਂ ਦੇ ਨਾਲ ਝਗੜਾ ਕਰਨਾ, ਤਿੰਨ ਸਿਉ ਮੈਨੇ ਉਸ ਨਾਲ, ਆਪਣੇ ਪਿਤਾ ਨਾਲ ਝਗੜਾ ਕਰਨਾ ਪਾਪ ਹੈ। ਪਾਪ ਹੁਣ ਆਪਾਂ ਪਤਾ ਹੈ ਵੀ ਸ਼ੁਰੂ ਕੰਮ ਇੱਥੋਂ ਹੀ ਹੋਣਾ, ਪਾਪ ਤੋਂ ਸ਼ੁਰੂ ਹੋਣਾ ਕੰਮ। ਇਹ ਜਿਹੜੀ ਦੁੱਖਾਂ ਦੀ ਬੰਸਾਵਲੀ ਹੈ ਨਾ, ਜਿਹੜੇ ਅਸੀਂ ਭੋਗ ਰਹੇ ਸੰਸਾਰ 'ਚ, ਇਹਦਾ ਮੂਲ ਕਾਰਨ ਸਾਡੇ ਕੀਤੇ ਪਾਪ ਅਤੇ ਪੁੰਨ ਨੇ। ਜੋ ਅਸੀਂ ਕਰਮ ਕਮਾਏ ਨੇ, ਪਾਪ ਕਰਮ, ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ, ਪੁੰਨ ਵਾਲਾ ਨਹੀਂ ਕਰਦਾ, ਕਿਉਂਕਿ ਉਹਦਾ ਫਲ ਹੀ ਨਹੀਂ ਇਸ ਤਰ੍ਹਾਂ ਦਾ ਲੱਗਣਾ। ਹਾਏ ਬੂ ਵਾਲਾ ਕੰਮ ਹੀ ਉਹਨੇ ਇਸ ਤਰ੍ਹਾਂ ਦੇ ਕੀਤੇ ਨੇ, ਅਤੇ ਫਲ ਹੀ ਉਹਨੂੰ ਉਸ ਤਰ੍ਹਾਂ ਦੇ ਲੱਗੇ ਨੇ।
ਸੋ ਉੱਥੋਂ ਸਾਡੀ ਇਹ ਇੱਕ ਪੀੜ੍ਹੀ ਚੱਲਦੀ ਆ, ਮੰਨ ਲਈ ਆਪਾਂ। ਪਿਓ ਨਾਲ ਝਗੜਨਾ ਪਾਪ ਹੈ, 3 ਸਿਉਂ ਝਗੜਤ ਪਾਪ, ਅਤੇ ਅਸੀਂ ਹੁਣ ਕਿੰਨਾ ਕੁ ਪਾਪ ਕਰਦੇ ਹਾਂ। ਅੱਜ ਸਮਾਜ ਜੇ ਆਪਾਂ ਹਾਲਤ ਦੇਖੀਏ, ਮਾਫ਼ ਕਰਨਾ ਕੀ ਹੈ, ਕਿੰਨੇ ਕੁ ਨੇ ਜੋ ਆਪਣੇ ਪਿਤਾ ਮਾਤਾ ਦਾ ਸਤਿਕਾਰ ਕਰਦੇ ਆ ਦਿਲੋਂ। ਇਹ ਨਹੀਂ ਵੀ ਉਹਨਾਂ ਦੀ ਜ਼ਮੀਨ 'ਤੇ ਜਾਂ ਕੁਛ ਆਖਿਆ ਵੀ ਉਹ ਕਰਕੇ ਥੋੜ੍ਹਾ ਬਹੁਤਾ ਕਰਤਾ, ਚਲੋ ਜਦੋਂ ਉਹ ਕੰਮ ਮਸਲਾ ਹੱਲ ਹੋ ਗਿਆ ਫਿਰ ਕਹਤਾ ਵੀ ਚੱਲ ਜਾ ਜੀ, ਸਾਨੂੰ ਤਾਂ ਕੋਈ ਮਤਲਬ ਨਹੀਂ, ਜਿਹੜਾ ਕੰਮ ਅਸੀਂ ਤੇਥੋਂ ਲੈ ਲਿਆ, ਹੁਣ ਜਿੱਥੇ ਮਰਜ਼ੀ ਜਾ, ਜੋ ਮਰਜ਼ੀ ਕਰ, ਪੁੱਛਣੀ ਨਹੀਂ ਉਹਨੂੰ। ਘਰ ਦੇ ਵਿੱਚੋਂ ਵੀ ਬਾਹਰ ਕਮਰਾ ਦੇ ਦਿੱਤਾ ਵੀ ਇੱਥੇ ਰੌਲਾ ਪਾਈ ਜਾਂਦਾ, ਇੱਥੇ ਖੰਘ ਕਰੀ ਜਾਂਦਾ, ਇੱਥੇ ਇਹ ਕਰੀ ਜਾਂਦਾ, ਇਹ ਸਾਡਾ ਇਹ ਨਹੀਂ ਹੈ, ਇਹ ਤੇਰੇ ਲਈ ਨਹੀਂ, ਇਹ ਸਾਡੇ ਲਈ ਹੈ। ਇਹ ਬਾਥਰੂਮ 'ਚ ਤੂੰ ਨਹੀਂ ਵੜ ਸਕਦਾ, ਇਹ ਸਾਡੇ ਲਈ ਹੈ, ਖਰਾਬ ਕਰ ਦੇਗਾ। ਕੀ ਹਾਲਤ ਬਣੀ ਹੈ ਸਮਾਜ ਦੀ, ਕਿਉਂ? ਕਿਉਂਕਿ ਅਸੀਂ ਗੁਰਬਾਣੀ ਦੇ ਉਸ ਪਵਿੱਤਰ ਉਪਦੇਸ਼ ਨਾਲੋਂ ਟੁੱਟ ਚੁੱਕੇ ਹਾਂ। ਅਤੇ ਗੁਰੂ ਸਾਹਿਬ ਕੀ ਬਖਸ਼ ਕਰਦੇ ਵੀ ਤੂੰ ਬਹੁਤ ਵੱਡਾ ਪਾਪ ਕਮਾ ਰਿਹਾ। ਪਿਤਾ ਦੀ ਸੇਵਾ ਨਾ ਕਰਨਾ ਬਹੁਤ ਵੱਡਾ ਪਾਪ ਹੈ, ਮਾਤਾ ਦਾ ਸਤਿਕਾਰ ਨਾ ਕਰਨਾ ਬਹੁਤ, ਇਹ ਤੋਂ ਵੱਡਾ ਪਾਪ ਕੋਈ ਨਹੀਂ, ਸਭ ਤੋਂ ਵੱਡਾ ਪਾਪ ਹੈ। ਤੀਰਥ ਦੇ ਨਾਲ ਜਿੱਥੇ ਮਰਜ਼ੀ ਕੁਛ ਕਰੀਏ, ਜੇ ਮਾਂ ਬਾਪ ਤੇਥੋਂ ਦੁਖੀ ਨੇ, ਜਦ ਦੁੱਖ ਕੀ ਦੇ ਰਿਹਾ ਉਹਨਾਂ ਨੂੰ ਕਿਸੇ ਕਾਰਨ ਕਰਕੇ ਜਾਣ ਬੁੱਝ ਕੇ, ਫਿਰ ਇਹ ਬਹੁਤ ਵੱਡਾ ਪਾਪ ਕਮਾ ਰਿਹਾ। ਰਹਾਉ ਬਰਾਮ ਦੇ ਕੇ ਬਚਨ ਕਰਦੇ ਨੇ, ਜਿਸ ਧਨ ਕੋ ਤੁਮ ਗਰਭ ਕਰਤ ਹੋ, ਸੋ ਧਨ ਕਿਸੇ ਨਾ ਆਪ। ਹੁਣ ਤੱਤ ਦੀ ਗੱਲ ਸੁਣੋ, ਜਿਹੜੇ ਧਨ ਦਾ ਤੁਸੀਂ ਹੰਕਾਰ ਕਰਦੇ ਹੋ, ਗਰਭ ਬਣੇ ਹੰਕਾਰ, ਸੋ ਧਨ ਕਿਸੇ ਨਾ ਆਪ, ਉਹ ਕਿਸੇ ਦਾ ਵੀ ਨਹੀਂ ਬਣਿਆ। ਇਹ ਧਨ ਕਿਸੇ ਦਾ ਕਦੇ ਬਣਿਆ? ਇਹ ਨਹੀਂ ਕਿਸੇ ਦਾ ਬਣਦਾ। ਅੱਜ ਉਸ ਕੋਲੇ ਆ, ਕੱਲ੍ਹ ਨੂੰ ਉਸ ਕੋਲੇ ਆ, ਪਰਸੋਂ ਨੂੰ ਉਸ ਕੋਲੇ, ਐਂ ਅੱਗੇ ਚੱਲੇ ਜਾਣਾ। ਇਸ ਕਰਕੇ ਉਹ ਤਾਂ ਕਿਸੇ ਦਾ ਇੱਕ ਤਾਂ ਹੈ ਹੀ ਨਹੀਂ ਵੀ ਮੇਰਾ ਇਹ 'ਤੇ ਅਧਿਕਾਰ ਹੈ ਅਤੇ ਮੇਰੀ ਹੈ, ਐ ਨਹੀਂ ਹੈ। ਇਹ ਦਾ ਹੰਕਾਰ ਨਹੀਂ ਹੈ ਧਨ ਦਾ। ਵੈਸੇ ਤਾਂ ਭਰੋਸੇ ਕੋਈ ਨਹੀਂ ਕਦੋਂ ਅਪ ਡਾਊਨ ਹੋ ਜੇ। ਜੇ ਤੁਹਾਨੂੰ ਬਖਸ਼ਿਸ਼ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਨੇ, ਪਰਮਾਤਮਾ ਨੇ, ਤਾਂ ਉਹਦਾ ਹੰਕਾਰ ਕਾਹਦਾ? ਸਗੋਂ ਉਹਦੀ ਯੋਗ ਵਰਤੋਂ ਕਰਕੇ ਕਰਨੀ ਚਾਹੀਦੀ ਹੈ। ਪਰ ਅਸੀਂ ਅਯੋਗ ਵਰਤੋਂ ਕਰਦੇ ਹਾਂ, ਔਰ ਉਸ ਧਨ ਸਾਡਾ ਲੜਾਈ ਝਗੜਿਆਂ ਦਾ ਕਾਰਨ ਬਣਦਾ। ਪੂਰੀ ਜ਼ਿੰਦਗੀ ਸਾਡੀ ਉਸ ਝਗੜੇ 'ਚ ਨਿਕਲ ਜਾਂਦੀ ਹੈ। ਕਿੰਨੇ ਅਦਾਲਤਾਂ 'ਚ ਝਗੜੇ ਚੱਲਦੇ ਨੇ, ਕਿੰਨੇ ਕੁਝ ਚੱਲੀ ਜਾਂਦਾ, ਲੰਬੇ ਸਮੇਂ ਤੱਕ ਚੱਲਦੇ ਰਹਿੰਦੇ ਆ, ਔਰ ਪੂਰੇ ਸਾਰਾ ਕੁਛ ਉਹਦੇ ਉੱਤੇ ਲਗਾ ਦਿੰਦਾ ਹੈ। ਅਤੇ ਜਿੱਤ ਦੇ ਜਸ਼ਨ ਮਨਾਉਂਦਾ ਹੈ, ਹਾਰਨ ਵਾਲਾ ਫਿਰ ਅਗਲੀ ਕੋਰਟ 'ਚ ਜਾਂਦਾ ਵੀ ਐ ਨਹੀਂ ਮੈਂ ਛੱਡਦਾ ਪਿੰਡ, ਐਂਡ ਤੱਕ ਲੜੂੰਗਾ, ਅਖੀਰ ਤੱਕ ਲੜੂੰਗਾ। ਮਹਾਰਾਜ ਬਚਨ ਕਰਦੇ ਨੇ ਕਿ ਇਹਦਾ ਹੰਕਾਰ ਨਾ ਕਰ ਭਾਈ। ਜਿਹੜੇ ਧਨ ਦਾ ਤੂੰ ਗਰਭ ਕਰਦਾ, ਇਹਦਾ ਕੀ ਹੰਕਾਰ ਹੈ? ਇਹ ਤਾਂ ਕਿਸੇ ਦਾ ਬਣੇ ਹੀ ਨਹੀਂ ਹੈ। ਇਹ ਹੋ ਸੋ ਧਨ ਕਿਸੇ ਨਾ ਆਪ, ਕਿਸੇ ਦਾ ਆਪਦਾ ਨਹੀਂ ਹੈ। ਪਰ ਅਸੀਂ ਇਹਨੂੰ ਆਪਦਾ ਮੰਨਦੇ ਹਾਂ, ਇਹ ਆਪਦਾ ਨਹੀਂ ਹੈ। ਇਹ ਤਾਂ ਅਕਾਲ ਪੁਰਖ ਵਾਹਿਗੁਰੂ ਨੇ ਮਾਇਆ ਸਾਨੂੰ ਗੁਜ਼ਰਾਨ ਲਈ ਦਿੱਤੀ ਹੈ, ਗੁਜ਼ਾਰੇ ਲਈ। ਇਹ ਪ੍ਰਸ਼ਨ ਕੀਤਾ ਵੀ ਸੀ ਗੁਰੂ ਸਾਹਿਬਾਨ ਨੂੰ ਵੀ ਧਨ ਤੁਸੀਂ ਕਿਹਦੇ ਲਈ ਹੈ? ਪੁੱਤਰ ਕੀ ਹੈ? ਪੁੱਤਰ ਨਿਸ਼ਾਨ ਹੈ, ਮਾਇਆ ਗੁਜਰਾਨ ਹੈ। ਬਖਸ਼ਿਸ਼ ਕੀਤੀ ਮੇਰੇ ਗੁਜ਼ਾਰਨ ਦੇ ਲਈ ਹੈ, ਗੁਜ਼ਾਰੇ ਲਈ ਮੰਗਣੀ ਵੀ ਚਾਹੀਦੀ ਹੈ, ਔਰ ਮਿਹਨਤ ਵੀ ਕਰਨੀ ਚਾਹੀਦੀ ਹੈ, ਔਰ ਸਤਿਗੁਰੂ ਬਖਸ਼ਿਸ਼ ਵੀ ਕਰਦੇ ਨੇ। ਕਿਰਤ ਕਰਨੀ ਹੈ, ਨਾਮ ਜਪਣਾ, ਵੰਡ ਕੇ ਛਕਣਾ, ਪਰ ਇਹਦਾ ਮਾਣ ਨਹੀਂ ਕਰਨਾ। ਖਿਨ ਮੈਂ ਛੋੜ ਜਾਏ ਵਿਖਿਆ ਰਸ, ਤਉ ਲਾਗੈ ਪਛੁਤਾਪ। ਖਿਨ ਮੈਨੇ ਇੱਕ ਪਲ 'ਚ, ਇਹ ਜਿੰਨੇ ਮਾਇਆ ਦੇ ਰਸ ਨੇ, ਵਿਸ਼ ਜ਼ਹਿਰੀਲੇ ਨੇ ਸਾਰੇ। ਖਿਨ ਮੈਂ ਛੋੜ, ਇੱਕ ਅੱਖ ਦੀ ਪਲਕ ਝਮਕਣ ਜਾਂਦੇ ਸਮਾਂ ਲੱਗਦਾ ਹੈ, ਸਾਰੇ ਛੱਡ ਦਿੱਤੇ। ਜਿੰਨੇ ਮਰਜ਼ੀ, ਕਿੰਨੀ ਮਹਿੰਗੀ ਗੱਡੀ ਹੈ, ਕੋਠਾ, ਜੋ ਮਰਜ਼ੀ ਕੁਛ ਵੀ ਹੈ। ਖਿਨ ਮੈਂ ਛੋੜ ਜਾਏ ਵਿਖਿਆ ਰਸ, ਤਉ ਲਾਗੈ ਪਛੁਤਾਪ। ਤਉ ਮੈਨੇ ਫੇਰ ਕੀ ਲੱਗਦਾ? ਪਛਤਾਵਾ। ਹੁਣ ਸਤਿਗੁਰੂ ਸਾਨੂੰ ਸੁਚੇਤ ਕਰਦੇ ਨੇ ਵੀ ਫੇਰ ਨਾ ਪਛਤਾਈ। ਅਖੀਰ 'ਤੇ ਪਛਤਾਉਣ ਦਾ ਕੋਈ ਫਾਇਦਾ ਨਹੀਂ। ਕਈ ਵਾਰੀ ਮਨੁੱਖ ਖੁਦ ਹੀ ਪਛਤਾਉਣ ਲੱਗ ਜਾਂਦਾ ਵੀ ਮੈਂ ਇੰਨਾ ਕੁਛ ਕਰਿਆ ਕਿਉਂ। ਦੇਖੋ ਕਮਾਲ ਦੀ ਗੱਲ, ਜਾਂਦਾ ਹੋਇਆ ਉਹ ਕਰਕੇ ਨਾ ਸਾਰਾ ਕੁਛ ਇੱਧਰੋਂ ਪਰਪੰਚ ਕਰਕੇ ਧਨ ਧੁਨ ਲਿਆ ਕੇ ਸਾਰੇ ਘਰ ਦੀ ਡਿਵੈਲਪਮੈਂਟ ਕੀਤੀ, ਪਰ ਮਗਰ ਉਹਨੂੰ ਪਛਤਾਵਾ ਲੱਗੇ ਵੀ ਮੈਂ ਕਿਉਂ ਕਰਿਆ, ਕਿਉਂ ਵੀ ਮੇਰੇ ਨਾਲ ਕੁਛ ਨਹੀਂ ਜਾ ਰਿਹਾ। ਈਵਨ ਨੇ ਮੇਰੀ ਸਹਾਇਤਾ ਵੀ ਨਹੀਂ ਕਰ ਰਹੇ ਜਿਨ੍ਹਾਂ ਲਈ ਮੈਂ ਕੀਤਾ। ਉਹੀ ਝਗੜਨ ਲੱਗ ਗਏ। ਕੀਤਾ ਮੈਂ ਉਹਦੇ ਲਈ ਅਤੇ ਝਗੜਾ ਉਹੀ ਕਰਨ ਲੱਗ ਗਿਆ। ਉਸੇ ਨੇ ਮੇਰਾ ਮੰਜਾ ਬਾਹਰ ਕੱਢ ਦਿੱਤਾ, ਜਿਹਦੇ ਲਈ ਮੈਂ ਦਿਨ ਰਾਤ ਮਿਹਨਤ ਕਰਕੇ ਸਾਰਾ ਕੁਛ ਕੀਤਾ, ਅਤੇ ਉਹ ਮੇਰੇ ਲਈ ਕੀ ਕਰ ਰਿਹਾ ਵੀ। ਕੋਈ ਆਸ ਮੈਂ ਲਾਈ ਸੀ
ਵੀ ਮੇਰੀ ਸੇਵਾ ਕਰਨਗੇ, ਮੇਰਾ ਸਤਿਕਾਰ ਕਰਨਗੇ, ਤੇ ਉਹ ਹੀ ਕਹਿੰਦੇ ਵੀ ਜਾ ਜਿੱਥੇ ਮਰਜ਼ੀ ਜਾ। ਇਹ ਸਾਡਾ ਮਾफ़ ਕਰਨਾ, ਸਾਡਾ ਇਸ ਤਰ੍ਹਾਂ ਦਾ ਕੰਮ ਨਹੀਂ ਸੀਗਾ। ਇਹ ਬਾਹਰਲੇ ਦੇਸ਼ਾਂ ਦੀ ਇਹ ਰੀਸ ਸਾਨੂੰ ਨਹੀਂ ਕਰਨੀ ਚਾਹੀਦੀ ਕਿ ਬਿਰਧ ਆਸ਼ਰਮ ਬਣਾ ਦਿਓ ਜੀ ਫਲਾਨਾ। ਕਿਉਂ ਵੀ ਕੀ ਮਤਲਬ? ਹਾਂ ਕੋਈ ਉਸ ਤਰ੍ਹਾਂ ਦਾ ਹੈ ਵੀ ਚਲੋ ਕੁਛ ਵੀ ਨਹੀਂ ਹੈ, ਇਸ ਤਰ੍ਹਾਂ ਦੀ ਕੋਈ ਸਿੱਧੀ ਸਥਿਤੀ ਬਣੀ ਹੈ, ਉਹ ਤਾਂ ਮੰਨਿਆ ਜਾ ਸਕਦਾ। ਜਿਹਦੇ 4 ਪੁੱਤਰ ਨੇ, ਸਾਰਾ ਕੁਛ ਹੈ, ਉਹਨੂੰ ਉੱਥੇ ਕਿਉਂ ਛੱਡ ਕੇ ਆਉਂਦੇ ਹੋ? ਹੁਣ ਕਹਿੰਦੇ ਨੇ ਬਿਰਧ ਆਸ਼ਰਮ ਛੱਡਿਆ, ਉਰੇ ਨਹੀਂ ਹੈਗਾ, ਠੀਕ ਹੈ ਜਾਂਦਾ, ਸਾਡੇ ਘਰ ਨਹੀਂ ਰਹਿੰਦਾ। ਅਤੇ ਫਿਰ ਆਪਦੀ ਵਾਰੀ ਵੀ ਤਿਆਰ ਰੱਖੇਂਗੇ ਭਾਈ, ਜਿਹੜਾ ਅਗਲੇ ਵਾਲਾ ਹੈ ਉਹਨੇ ਵੀ ਉੱਥੇ ਛੱਡ ਕੇ ਆਉਣਾ, ਰਹਿਣ ਉਹਨੇ ਵੀ ਨਹੀਂ ਦੇਣਾ ਜਿਹਨੂੰ ਤੂੰ ਲੜ ਲੜਾਈ ਜਾਂਦਾ। ਗੁਰੂ ਮਹਾਰਾਜ ਕੀ ਸੁਚੇਤ ਕਰਦੇ ਨੇ ਕਿ ਪਛਤਾਵਾ ਕੀ, ਸਾਨੂੰ ਸਭ ਕੁਛ ਨਕਲ ਨਹੀਂ ਮਾਰਨੀ ਚਾਹੀਦੀ। ਸਾਡਾ ਸੱਭਿਆਚਾਰ ਬੜਾ ਅਮੀਰ ਹੈ, ਔਰ ਅਸੀਂ ਤਾਂ ਝਗੜਾ ਕਰ ਕਰਕੇ ਮਾफ़ ਕਰਨਾ ਗੁਰਦੁਆਰੇ 'ਚੋਂ ਆਉਣੀ ਹਟਾ ਦਿੱਤੀ। ਸਾਡੀ ਨਵੀਂ ਪੀੜ੍ਹੀ ਆਉਂਦੀ ਹੀ ਨਹੀਂ ਹੈ। ਉਹਨਾਂ ਦਾ ਸ਼ਰਧਾ, ਉਹਨਾਂ ਦੀ ਭਾਵਨਾ, ਉਹ ਅਸੀਂ ਕਤਲ ਕਰਤੀ। ਮਾफ़ ਕਰਨਾ, ਮਾफ़ੀ ਮੰਗ ਲਾਂਗੇ। ਕਿਉਂ ਕਤਲ ਕਰ ਦਿੱਤੀ? ਅਸੀਂ ਇਸ ਤਰ੍ਹਾਂ ਦੀ ਇੱਕ ਮਜਬੂਰੀ ਬਣਾ ਦਿੱਤੀ। ਜੇ ਪੂਰੇ ਆਪਾਂ ਸਟੇਟ ਦੀ ਗੱਲ ਕਰਦੇ ਹਾਂ ਤਾਂ ਇਹਦੇ ਵਿੱਚ ਅੱਜ ਇਸ ਧਰਤੀ ਦੇ ਉੱਤੇ ਡੇਰੇਦਾਰੀ ਦੇ ਗੁਲਾਮ ਕਰ ਦਿੱਤੇ। ਉੱਧਰ ਭੱਜ ਗਏ ਸਾਰੇ। ਕਿਉਂ? ਹਰ ਗੱਲ 'ਤੇ ਉਹਨਾਂ ਦੀ ਟੋਕਾ ਟਾਕੀ ਸ਼ੁਰੂ ਕਰਤੀ। ਆਉਣ ਦਿਓ, ਪਹਿਲਾਂ ਆ ਤਾਂ ਜਾਣ ਦਿਓ, ਬੈਠਣ ਦਿਓ, ਉਹਨੂੰ ਸੁਣਨ ਦਿਓ। ਉਹਦਾ ਕਾਰਨ ਉਹਨੂੰ ਜਦੋਂ ਸਮਝ ਲੱਗੂਗੀ ਵਿਤੇਸ਼ ਤਾਂ ਆਪੇ ਆਊਗਾ ਘੇਰੇ 'ਚ। ਅਸੀਂ ਇਹ ਕਰਦੇ ਨੇ, ਅਸੀਂ ਉਹਨੂੰ ਪਹਿਲੇ ਵੀ ਨਹੀਂ ਆ ਨਹੀਂ ਉਹ ਨਹੀਂ ਤੂੰ ਤਾਂ, ਇਸ ਕਰਕੇ ਉਹ ਆਉਂਦੇ ਹੀ ਨਹੀਂ ਹੈ। ਅਤੇ ਉਹ ਕਹਿੰਦਾ ਮੈਂ ਉੱਥੇ ਵਗ ਜਿੱਥੇ ਮੈਨੂੰ ਕੋਈ ਐਂ ਟੋਕਦੇ ਨਹੀਂ ਹੈ, ਕੁਛ ਮਰਜ਼ੀ ਕਰੀ ਜਾ। ਕਿਉਂ ਭੱਜਿਆ? ਕਿਉਂ ਗੁਲਾਮੀ ਕੀਤੀ? ਗੁਰੂ ਦਾ ਇਹ ਉਪਦੇਸ਼ ਜਾਂ ਗਿਆਨ ਗ੍ਰਹਿਣ ਨੂੰ ਕਿਉਂ ਨਹੀਂ ਤਿਆਰ ਨਵੀਂ ਪਨੀਰੀ? ਇਹਦਾ ਕਾਰਨ ਸਾਨੂੰ ਲੱਭਣੇ ਪਊਗਾ। ਪਰ ਅਸੀਂ ਕਾਰਨ ਲੱਭਣ ਦੀ ਬਜਾਏ ਆਪ ਹੀ ਝਗੜਾ ਸ਼ੁਰੂ ਕਰ ਦਿੱਤਾ। ਗੁਰੂ ਘਰਾਂ ਦੇ ਝਗੜੇ, ਮਾਫ਼ ਕਰਨਾ ਪ੍ਰਧਾਨਗੀਆਂ ਪਿੱਛੇ ਝਗੜੇ, ਮੈਂਬਰਸ਼ਿਪ ਪਿੱਛੇ ਝਗੜੇ, ਸਾਰੇ ਕਿਤੇ। ਇੱਥੇ ਵੀ ਜਿੱਥੇ ਝਗੜੇ ਸਾਡੇ ਨਿਬੜਨੇ ਸੀਗੇ ਅਸੀਂ ਉੱਥੇ ਝਗੜੇ। ਸ਼੍ਰੀ ਅਕਾਲ ਤਖਤ ਸਾਹਿਬ ਦੀ ਦਾਤ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਵੀ ਜੇ ਕੋਈ ਝਗੜਾ ਹੁੰਦਾ ਨਾ ਤਾਂ ਪੰਥਕ ਤੌਰ 'ਤੇ ਬਹਿ ਕੇ ਇੱਥੇ ਨਿਬੇੜੋ। ਅਸੀਂ ਉਹਨੂੰ ਵੀ ਉਸੇ ਘੇਰੇ 'ਚ ਲੈਂਦਾ, ਉੱਥੇ ਵੀ ਉਹੀ। ਅਤੇ ਮਹਾਰਾਜ ਦੇ ਵਚਨ ਅਸੀਂ ਪੜ੍ਹੇ ਨਹੀਂ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ, ਲਿਵ ਲਾਏ ਹਰ ਨਾਮੈ ਕਹਿ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਿਛਾਈ। ਬਹਿ ਜਾਓ, ਬਹਿ ਕੇ ਕਰ ਲਓ ਹੱਲ। ਕਿਉਂ ਤੁਸੀਂ ਭਰਾ ਮਾਰੂ ਜੰਗ ਦੇ ਵਿੱਚ ਬੜੇ ਹੋਏ ਹੋ? ਕਿਉਂ ਇਸ ਤਰ੍ਹਾਂ ਦੇ ਚੱਕਰ ਦੇ ਵਿੱਚ ਆਪਾਂ ਫਸੇ ਹੋਏ ਹਾਂ? ਸਾਨੂੰ ਤਾਂ ਐਡਾ ਪਿਆਰਾ ਉਪਦੇਸ਼ ਬਖਸ਼ਿਸ਼ ਕੀਤਾ ਕਿ ਭਾਈ ਤੁਸੀਂ ਸਾਰੇ ਇਕੱਠੇ ਹੋ ਕੇ ਕੰਮ ਕਰੋ। ਇਹ ਝਗੜੇ 'ਤੇ ਤਾਂ ਕੋਈ ਕਾਰਨ ਹੀ ਨਹੀਂ ਹੈ। ਕਿਉਂ ਝਗੜਦੇ ਹੋ? ਤੁਸੀਂ ਇਸ ਝਗੜੇ 'ਚੋਂ ਬਾਹਰ ਨਿਕਲੋ। ਅਗਰ ਕੋਈ ਹੁੰਦਾ ਤਾਂ ਬਹਿ ਕੇ ਉਹਨੂੰ ਆਪਾਂ ਨਿਪਟ ਸਕਦੇ ਹਾਂ। ਇਹ ਸਾਡੇ ਪਰਿਵਾਰ ਨੂੰ ਸੇਧ ਦਿੱਤੀ ਹੈ ਕਿ ਜੇ ਕਿਤੇ ਕੋਈ ਵਿਚਾਰ ਤਕਰਾਰ 'ਚ ਬਦਲਦਾ ਹੈ ਤਾਂ ਬਹਿ ਕੇ ਉਹਨੂੰ ਨਿਪਟਿਆ ਜਾ ਸਕਦਾ, ਨਾ ਕਿ ਉਹਨੂੰ ਜ਼ਿੰਦਗੀ ਭਰ ਉਸ ਨੂੰ ਝਗੜੇ ਦਾ ਰੂਪ ਦਿੱਤਾ ਜਾਵੇ। ਸੋ ਸਤਿਗੁਰੂ ਕੀ ਬਖਸ਼ਿਸ਼ ਕਰਦੇ ਨੇ। ਕੰਮ ਕੀ ਕਰਨਾ ਚਾਹੀਦਾ? ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ ਜਪ ਹੋ ਜਾਪ। ਜੋ ਤੁਮਰੇ ਮੈਨੇ ਤੁਹਾਡੇ ਅਤੇ ਆਪਣੇ ਸਾਰਿਆਂ ਦੇ ਵੀ, ਕਿਉਂਕਿ ਤੁਮਰੇ ਇੱਕ ਪ੍ਰਤੀ ਚੱਲ ਰਿਹਾ ਗੱਲ, ਪਰ ਸਾਰਿਆਂ ਪ੍ਰਤੀ ਵੀ ਹੈ। ਕਿਉਂਕਿ ਜੋ ਤੁਮਰੇ ਪ੍ਰਭ ਹੋਤੇ ਸੁਆਮੀ, ਜੋ ਤੁਹਾਡੇ ਨੇ ਉਹ ਸਾਡੇ ਵੀ ਨੇ। ਭਾਵ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਾਡੇ ਸਾਰਿਆਂ ਦਾ ਸੁਆਮੀ ਹੈ, ਮਾਲਕ ਹੈ। ਜੋ ਤੁਮਰੇ ਪ੍ਰਭ ਹੋਤੇ, ਨਹੀਂ ਤਾਂ ਹੋਤਾ ਹੁੰਦਾ ਉਰੇ। ਹੁਣ ਧਿਆਨ ਦੇਣਾ, ਕਿਉਂ ਲੋੜ ਪੈਂਦੀ ਹੈ ਵਿਆਕਰਨ ਦੀ। ਹੋਤੇ ਮੈਨੇ ਬਹੁਵਚਨ ਸਾਰਿਆਂ ਦਾ, ਹੋਤਾ ਮੈਨੇ ਇਕੱਲੇ ਇੱਕ ਦਾ। ਉਸ ਇੱਕ ਨੂੰ ਸੰਬੋਧਨ ਕਰਕੇ ਵੀ ਸਾਰਿਆਂ ਨੂੰ ਕਰ ਰਹੇ। ਜੋ ਤੁਮਰੇ ਪ੍ਰਭ ਹੋਤੇ ਸੁਆਮੀ ਹਰ ਤਿਨ ਕੇ ਜਾਪੋ ਜਾਪ। ਉਸ ਹਰੀ ਦਾ ਜਾਪ ਜਪੋ। ਬਸ ਇਹ ਕੰਮ ਕਰ, ਝਗੜਾ ਨਾ ਕਰ, ਮਸਲਾ ਹੱਲ ਹੋਊਗਾ। ਜਾਪ ਜਪੇ ਤੋਂ ਬਿਨਾਂ, ਸਾਰੀ ਗੁਰਬਾਣੀ ਜਾਪ ਹੈ। ਸ਼ਬਦ ਵਿਚਾਰ ਕਰਨਾ, ਬਾਣੀ ਪੜ੍ਹਨੀ, ਸੁਣਨੀ, ਮੂਲ ਮੰਤਰ ਦ੍ਰਿੜ ਕਰਨਾ, ਵਾਹਿਗੁਰੂ ਨਾਮ ਉਚਾਰਨ ਕਰਨਾ, ਇਹ ਸਾਰਾ ਜਾਪ ਹੀ ਹੈ। ਸਭ ਜਾਪ ਦੇ ਘੇਰੇ ਜਾਂਦਾ, ਜਾਪੋ ਜਾਪ। ਕਿਉਂਕਿ ਜਦੋਂ ਮਨ ਦੀ ਮੈਲ ਨਿਕਲ ਗਈ ਨਾ, ਅੰਦਰੋਂ ਸ਼ੁੱਧ ਹੋ ਗਿਆ, ਈਰਖਾ ਰਹੀ ਨਹੀਂ, ਫਿਰ ਝਗੜਾ ਹੁੰਦਾ ਹੀ ਨਹੀਂ। ਜੇ ਹੋਊਗਾ ਤਾਂ ਫਿਰ ਬਦਲੇ ਤੱਕ ਨਹੀਂ ਪਹੁੰਚਦਾ। ਬਦਲੇ ਵਾਲੀ ਗੱਲ ਨਹੀਂ ਕਰਦਾ, ਕਿਉਂਕਿ ਉਹਨੂੰ ਸਮਝ ਆ ਗਈ, ਉਹਨੂੰ ਸੋਝੀ ਆ ਗਈ ਕਿ ਮੈਂ ਝਗੜਾ ਇਸ ਢੰਗ ਦੇ ਨਾਲ ਕਰਨੇ ਨਹੀਂ। ਕਿਉਂਕਿ ਫਿਰ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ 'ਚ ਬੈਠੇ, ਬਖਸ਼ਿਸ਼ ਹੋਈ,
ਲੜਾਈ ਵੀ ਹੋਈ, ਝਗੜੇ ਕਾਰਨ ਜਾਂ ਜੋਰੂ ਜ਼ਮੀਨ ਕਾਰਨ ਜੋ ਹੋਇਆ, ਪਰ ਗੁਰੂ ਸਾਹਿਬ ਨੇ ਬਖਸ਼ਿਸ਼ ਕੀ ਕੀਤੀ ਕਿ ਭਾਈ ਜੇ ਪਾਣੀ ਪਿਆਉਂਦੇ ਹੋ ਭਾਈ ਤਾਂ ਉਹ ਜਲ ਸਭ ਨੂੰ ਛਕਾ ਰਹੇ ਨੇ। ਉਹਦੀ ਸ਼ਿਕਾਇਤ ਕਰਤੀ ਗੁਰੂ ਸਾਹਿਬ ਕੋਲੇ ਜੇ ਭਾਈ ਕਨ੍ਹਈਆ ਜੀ ਦੇ ਇਸ ਤਰ੍ਹਾਂ ਦੇ ਬਖਸ਼ਿਸ਼, ਉਹ ਕਹਿੰਦੇ ਵੀ ਕੋਈ ਨਹੀਂ, ਉਹ ਵੱਖਰਾ ਵਿਸ਼ਾ ਹੈ, ਪਰ ਅੰਦਰੋਂ ਅਸੀਂ ਬਦਲੇ ਦੀ ਭਾਵਨਾ ਨਾਲ ਨਹੀਂ ਲੜ ਰਹੇ, ਬਦਲਾ ਨਹੀਂ ਲੈਣਾ। ਅਤੇ ਗੁਰੂ ਸਾਹਿਬ ਕੋਲ ਇਸ ਤਰ੍ਹਾਂ ਦੇ ਆਏ ਵੀ ਸੀ ਵੀ ਸਾਡੇ ਧੀਆਂ ਭੈਣਾਂ ਦੀ ਬੇਇੱਜ਼ਤੀ ਕਰਦੇ ਆ ਜੀ, ਸਾਡੇ ਹੁਣ ਇਹ ਹੱਥ ਲੱਗੇ ਆ ਮੁਸਲਮਾਨਾਂ ਦੀਆਂ ਔਰਤਾਂ, ਅਤੇ ਅਸੀਂ ਬਦਲਾ ਲੈ ਲਈਏ। ਅਤੇ ਗੁਰੂ ਸਾਹਿਬ ਨੇ ਕੀ ਉੱਤਰ ਦਿੱਤਾ ਸੀ? ਗੁਰੂ ਸਾਹਿਬ ਨਾਰਾਜ਼ ਹੋਏ ਨੇ, ਸਾਰੀਆਂ ਧੀਆਂ ਭੈਣਾਂ ਆਪਣੀਆਂ, ਇਹਨਾਂ ਦਾ ਕੀ ਕਸੂਰ ਹੈ? ਆਪਾਂ ਕਿਸੇ ਉਦੇਸ਼ ਲਈ ਲੜ ਰਹੇ ਹਾਂ, ਆਪਾਂ ਉਸ ਸੁਧਾਰ ਲਈ ਲੜ ਰਹੇ ਹਾਂ, ਆਪਾਂ ਕੋਈ ਇੱਜ਼ਤ ਲੁੱਟਣ ਵਾਲੀ ਥੋੜ੍ਹੀ ਲੜ ਰਹੇ ਹਾਂ, ਆਪਾਂ ਤਾਂ ਇੱਜ਼ਤ ਬਚਾਉਣ ਲਈ ਲੜ ਰਹੇ ਹਾਂ। ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਪ੍ਰਵਾਨ ਨਹੀਂ ਸੀ ਦਿੱਤੀ, ਸਗੋਂ ਉਹਨਾਂ 'ਤੇ ਨਾਰਾਜ਼ਗੀ ਜ਼ਾਹਰ ਕੀਤੀ ਵੀ ਅੱਗੇ ਤੋਂ ਇਸ ਤਰ੍ਹਾਂ ਦਾ ਇਹ ਤੁਹਾਡੇ 'ਚ ਆਉਣਾ ਹੀ ਨਹੀਂ ਚਾਹੀਦਾ ਫੁਰਨਾ। ਆਇਆ ਕਿਉਂ? ਸਾਨੂੰ ਉਹ ਪਿਆਰਾ ਧਰਮ, ਅਸੀਂ ਉਸ ਸਿੱਖ ਧਰਮ ਦੇ ਵਿੱਚ ਪੈਦਾ ਹੋਏ, ਘੱਟੋ ਘੱਟ ਉਹ ਤਾਂ ਅਸੀਂ ਉਪਦੇਸ਼ ਗ੍ਰਹਿਣ ਕਰੀਏ, ਫਿਰ ਇਹ ਲੁਕਾਈ ਤੱਕ ਜਾਊਗਾ। ਜੇ ਕੋਈ ਗੁਰਸਿੱਖ ਦਾ ਆਚਰਣ ਇੰਨਾ ਉੱਚਾ ਹੈ, ਉਹ ਤਾਂ ਇੱਕ ਮਾਡਲ ਹੈ, ਇੱਕ ਨਮੂਨਾ ਹੈ ਸੰਸਾਰ ਲਈ, ਅੱਜ ਵੀ ਹੈ। ਇਹ ਨਹੀਂ ਹੈ ਵਿੱਚ ਕੁਛ ਇਸ ਤਰ੍ਹਾਂ ਦੇ ਪੈਦਾ ਹੋ ਗਏ ਕਿਸੇ ਕਾਰਨ, ਚਲੋ, ਪਰ ਬਹੁਤਾਤ ਇਸ ਤਰ੍ਹਾਂ ਨਹੀਂ ਹੈ। ਅੱਜ ਵੀ ਹਰ ਮਤ ਦਾ ਵਿਅਕਤੀ ਇੱਕ ਪੂਰਨ ਰੂਪ ਦੇ ਜੋ ਗੁਰਸਿੱਖ ਵਿਅਕਤੀ ਦੇ ਉੱਪਰ ਵਿਸ਼ਵਾਸ ਕਰਦਾ ਹੈ। ਉਹਨੂੰ ਪਤਾ ਹੈ ਕਿ ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ, ਅਤੇ ਇਹਦਾ ਕੋਈ ਡਰ ਨਹੀਂ ਹੈ, ਇਹ ਨਾਲ ਨੇ ਖਾਲਸਾ ਜੀ, ਕੋਈ ਡਰ ਨਹੀਂ, ਕੋਈ ਚੱਕਰ ਨਹੀਂ। ਇਹਨਾਂ ਦੀ ਕੁਰੈਤ ਦੇ ਵਿੱਚ ਦਰਜ ਹੈ, ਅਗਰ ਇਸ ਤਰ੍ਹਾਂ ਕਰਦੇ ਨੇ ਤਾਂ ਕੁਰੈਤੀ ਹੋ ਜਾਂਦੇ ਨੇ, ਪਤਤ ਹੋ ਜਾਂਦੇ ਨੇ, ਨਹੀਂ ਇਸ ਘੇਰੇ 'ਚ। ਸੋ ਸਤਿਗੁਰੂ ਸਾਨੂੰ ਕੀ ਬਖਸ਼ ਕਰਦੇ ਨੇ ਕਿ ਤੂੰ ਉਹਨਾਂ ਦਾ ਜਪ ਉਪਦੇਸ਼ ਕਰਤ ਨਾਨਕ ਜਨ ਤੁਮ ਕਉ। ਨਾਨਕ ਦਾਸ, ਜਨ ਮੈਨੇ ਦਾਸ, ਉਪਦੇਸ਼ ਮੈਨੇ ਸਿੱਖਿਆ, ਤੈਨੂੰ ਇਹ ਸਿੱਖਿਆ ਦੇ ਰਿਹਾ। ਉਪਦੇਸ਼ ਕਰਤ ਨਾਨਕ ਜਨ ਤੁਮ ਕਉ, ਤੈਨੂੰ ਆਪਾਂ ਸਾਰਿਆਂ ਨੂੰ ਕੀ ਕਰੋ? ਜੋ ਸੁਣੋ, ਜੇ ਸੁਣੋਗੇ, ਜੋ ਸੁਣੋ, ਜੇ ਸੁਣੋਗੇ ਤਾਂ ਤਉ ਜਾਏ ਸੰਤਾਪ, ਤਉ ਮੈਨੇ ਤਾਂ ਫਿਰ ਸੰਤਾਪ ਉਤਰ ਜੂਗਾ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਹੁਣ ਰੌਲਾ ਕੀ ਹੈ ਕਿ ਅਸੀਂ ਸੁਣਦੇ ਨਹੀਂ, ਬਸ ਇੱਥੇ ਗੜਬੜ ਹੈ। ਜੇ ਸੁਣ ਲਿਆ ਤਾਂ ਉਤਰਨਗੇ, ਪੱਕਾ ਹੈ। ਗੁਰੂ ਸਾਹਿਬ ਦੇ ਬਚਨ ਥੋੜ੍ਹੇ ਇਸ ਤਰ੍ਹਾਂ ਭਰੋਸੇ ਤੋਂ ਰਹਿਤ ਹੋ ਸਕਦੇ ਨੇ ਕਿ ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਹੁਣ ਸੁਣਨ ਦੇ ਲਈ ਸਾਨੂੰ ਬੈਠਣਾ ਪਊਗਾ, ਟਿਕਣਾ ਪਊਗਾ। ਇਹ ਇੱਕ ਭੋਜਨ ਹੈ, ਜਿਵੇਂ ਭੋਜਨ ਆਪਾਂ ਖਿੱਚ ਨਹੀਂ ਕਰ ਸਕਦੇ ਨਾ। ਜੇ ਲੰਗਰ 'ਚ ਭੋਜਨ ਛਕਣਾ ਹੈ, ਘਰੇ ਭੋਜਨ ਛਕਣਾ, ਕੁਛ ਸਮਾਂ ਤਾਂ ਟਿਕ ਕੇ, ਜੇ ਨਹੀਂ ਤਾਂ ਡੁੱਲ ਜੂਗਾ ਉਹ, ਕਿਤੇ ਕੱਪੜਿਆਂ 'ਤੇ ਲੱਗ ਗਿਆ, ਜੇ ਭੱਜਾ ਨੱਠੀ ਕਰਾਂਗੇ ਗੜਬੜ ਹੋ ਜੂਗੀ ਨਾ। ਅਤੇ ਸਾਵਧਾਨੀ ਨਾਲ ਛਕਣਾ ਪੈਂਦਾ, ਉਹ ਭੋਜਨ ਸਾਵਧਾਨੀ ਨਾਲ ਛਕਣਾ ਪੈਂਦਾ। ਬਹਿ ਕੇ ਐਂ ਥਾਲ ਲਾ ਕੇ ਮੇਜ਼ 'ਤੇ, ਕਿਤੇ ਕੁਰਸੀ 'ਤੇ, ਜਿੱਥੇ ਵੀ ਪੰਗਤ ਦੇ ਵਿੱਚ ਆਪਾਂ ਧਿਆਨ ਨਾਲ ਛਕਦੇ ਹਾਂ। ਟਾਈਮ ਵੀ ਲੱਗਦਾ ਉਹਦੇ ਛਕਣ 'ਤੇ, ਥੋੜ੍ਹਾ ਲੱਗੂਗਾ ਟਾਈਮ ਤਾਂ ਜਦੋਂ ਆਪਾਂ ਛਕਣਾ। ਤਾਂ ਹੀ ਉਹਨੇ ਜੇ ਠੀਕ ਢੰਗ ਨਾਲ ਆਪਾਂ ਬਹਿ ਕੇ ਛਕਦੇ ਹਾਂ ਤਾਂ ਉਹਨੇ ਪ੍ਰੋਪਰ ਕੰਮ ਵੀ ਕਰਨਾ, ਗੁਰੂ ਮਹਾਰਾਜ ਨੇ ਕਿਰਪਾ ਕਰਨੀ ਹੈ। ਇਹ ਵੀ ਭੋਜਨ ਹੈ, ਇਹ ਭੋਜਨ ਹੈ, ਸਾਡੀ ਅੰਦਰ ਦੀ ਰੂਹ ਦੀ ਖੁਰਾਕ ਹੈ, ਇਹ ਮਨ ਦੀ ਖੁਰਾਕ ਹੈ। ਮਨ ਨੂੰ ਇਹ ਭੋਜਨ ਛਕਾਉਣਾ ਹੈ। ਹੁਣ ਇਹ ਭੋਜਨ ਛਕਣ ਦਾ ਸਾਡਾ ਤਰੀਕਾ ਕੀ ਮਾਫ ਕਰਨਾ? ਆਇਆ ਭੱਜਿਆ ਮੁੜ ਗਿਆ। ਇੰਨਾ ਜੋ ਹੈ ਥਾਲ ਵਿੱਚ 3 ਵਸਤੂ ਪਈ, ਉਹ 7 ਸੰਤੋਖ। ਆਪਾਂ ਪਹਿਲਾਂ ਇਹ ਵਚਨ ਆਪਾਂ ਸੰਗਤ ਰੂਪ ਵਿੱਚ ਸਾਂਝੇ ਕਰ ਚੁੱਕੇ ਹਾਂ। ਇਹ ਪੂਰਾ ਸ਼ਬਦ ਕੱਲੀ ਪੰਕਤੀ ਦੇ 3, ਇੱਕ ਪੰਕਤੀ ਦੇ ਇੱਕ ਦਿਨ ਲਾ ਕੇ। ਸੋ ਉਹ ਕੀ ਛਕਿਆ? ਕਿੰਨੀ ਪਿਆਰ ਨਾਲ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਇਹ ਲੰਗਰ ਤਿਆਰ ਕੀਤਾ, ਕੱਲੇ ਸ਼ਬਦ 'ਤੇ ਤਿਆਰ ਕੀਤਾ। ਹੁਣ ਜੇ ਝਗੜੇ ਦਾ ਸਾਰਾ ਵੇਰਵਾ ਦੇ ਦਿੱਤਾ ਵੀ ਆਇਆ ਪਿਆ, ਕਿਉਂ ਕਰਦੇ? ਮਾਇਆ ਦਾ, ਧਨ ਦਾ, ਮੋਹ ਦਾ, ਪਾਪ ਦਾ, ਕਿਹੜਾ ਵਿਸ਼ਾ ਛੱਡਿਆ ਜ਼ਿੰਦਗੀ ਦਾ? ਜੇ ਅਸੀਂ ਸੁਣ ਲੈਂਦੇ ਹਾਂ, ਅਸੀਂ ਵਿਚਾਰਨਾ ਨਹੀਂ ਹੈ ਅਤੇ ਦੋਸ਼ ਅਸੀਂ ਗੁਰੂ ਨੂੰ ਦੇ, ਸਾਡਾ ਤਾਂ ਕੰਮ ਇੱਥੇ ਤੱਕ ਹੋ ਗਿਆ, ਬਸ ਆ ਗਏ ਆਵਾਜਾਈ ਤੱਕ ਹੋ ਗਿਆ। ਐਂ ਨਹੀਂ ਗੱਲ ਬਣਦੀ।
ਕੁਛ ਸਮਾਂ ਜ਼ਿੰਦਗੀ ਦਾ ਮੈਂ ਤਾਂ ਕਹੂੰਗਾ ਕਿ ਵੱਧ ਤੋਂ ਵੱਧ ਮਹਾਰਾਜ ਕਿਰਪਾ ਕਰਨ ਕਿ ਸਾਡਾ ਇਸ ਲੇਖੇ 'ਚ ਲੱਗੇ। ਚਲੋ ਅਸੀਂ ਕਿਰਤ ਬਿਰਤ ਕਰਨੇ ਆ, ਉੱਥੇ ਵੀ ਫਿਰ ਧਰਮ ਨਾਲ ਚੱਲੂਗਾ ਕੰਮ। ਪਰ ਜਿੰਨਾ ਸਮਾਂ ਸਾਨੂੰ ਉਪਲਬਧ ਹੁੰਦਾ ਹੈ, ਗੁਰੂ ਮਹਾਰਾਜ ਅੱਗੇ ਬੇਨਤੀ ਕਰਕੇ ਮੈਨੂੰ ਟਿਕਾ ਬਖਸ਼ੋ, ਕਿਉਂਕਿ ਸਤਿਗੁਰਾਂ ਦੇ ਬਚਨ ਨੇ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਜੇ ਨਹੀਂ ਚਿੱਤ ਇਕਾਗਰ ਤਾਂ ਦੂਜਿਆਂ ਦੇ ਵੀ ਭੰਗਣਾ ਪਾਓਗੇ, ਮਾਫ਼ ਕਰਨਾ, ਐ ਵੀ ਗੱਲ ਹੈ। ਜੇ ਮੈਨੂੰ ਟਿਕਾ ਨਹੀਂ, ਮੈਂ ਆਪਦੇ 'ਤੇ ਗੱਲਾਂ ਕਰੀ ਜਾਂਦਾ। ਇੱਥੇ ਤਾਂ ਬਹੁਤ ਵੱਡੀ ਕਿਰਪਾ ਹੈ। ਨਹੀਂ ਸੰਗਤ ਦੇ ਵਿੱਚ ਦੋ ਇੱਕ ਖੂੰਜੇ ਚਲਾ ਕੇ ਆਪਦੀਆਂ ਕਰੀ ਜਾਂਦੇ ਨੇ। ਇੱਧਰ ਭਾਈ ਸਾਹਿਬ ਆਪ ਗੁਰੂ ਸਾਹਿਬ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ, ਜਿਵੇਂ ਉਹਨਾਂ ਨੂੰ ਉਹ ਸਾਂਝਾ ਕਰ ਰਹੇ ਨੇ, ਅਤੇ ਉਹਨੂੰ ਟੋਕਣ ਦੀ ਕੀ ਲੋੜ ਪੈਂਦੀ ਹੈ ਵੀ ਜੇ ਗੱਲਾਂ ਹੀ ਕਰਨੀਆਂ ਨੇ ਤਾਂ ਫਿਰ ਬਾਹਰ ਬਹਿ ਜਾਓ, ਕੋਈ ਜ਼ਰੂਰੀ ਨਹੀਂ ਹੈ। ਦੂਜਿਆਂ ਦਾ ਕਿਉਂ ਭੰਗ ਕਰਦੇ ਆ? ਇਹ ਵੀ ਪਾਪ ਹੈ, ਮਾਫ਼ ਕਰਨਾ। ਕਿਸੇ ਟਿਕੀ ਹੋਈ ਸੁਰਤ ਨੂੰ ਤੋੜਨਾ ਇਹ ਵੀ ਪਾਪ ਹੈ, ਬਹੁਤ ਵੱਡਾ। ਸੋ ਇਸ ਲਈ ਇਹ ਮੁੱਢਲੇ ਜਿਹੜੇ ਉਪਦੇਸ਼ ਸਤਿਗੁਰਾਂ ਦੇ ਜੋ ਰਹਿਤ ਮਰਿਆਦਾ ਹੈ ਉਹ ਸਾਨੂੰ ਮੰਨਣੀ ਚਾਹੀਦੀ ਹੈ। ਅਗਰ ਅਰਦਾਸ ਹੋ ਰਹੀ ਹੈ ਤਾਂ ਖੜ੍ਹ ਜਾਓ ਉੱਥੇ, ਕੋਈ ਨਹੀਂ 2 ਮਿੰਟ, ਜਿੱਥੇ ਵੀ ਸੁਣ ਕੇ ਕੰਨ 'ਚ ਪੈ ਗਏ ਉੱਥੇ ਖੜ੍ਹ ਜਾਓ, ਲੇਟ ਹੋ ਗਿਆ ਕੋਈ ਗੱਲ ਨਹੀਂ। ਪਰ ਵਿੱਚ ਹੀ ਆਈ ਜਾਣਾ। ਫਿਰ ਹੁਕਮਨਾਮਾ ਜੋ ਗੁਰੂ ਦਾ ਉਪਦੇਸ਼ ਹੈ ਸਾਡੇ ਸਾਰਿਆਂ ਲਈ ਸਾਂਝਾ, ਉਹਦੇ ਵਿੱਚ ਹੀ ਤੁਰਿਆ ਫਿਰ ਰਹੀ ਜਾਣਾ। ਨਹੀਂ, ਉਹਨੂੰ ਜੇ ਪਹਿਲਾਂ ਬੈਠੇ ਤਾਂ ਠੀਕ ਹੈ, ਸਰਵਣ ਕਰੋ, ਨਹੀਂ ਤਾਂ ਉਸ ਤਰ੍ਹਾਂ ਖੜ੍ਹ ਕੇ ਜਿੱਥੇ ਖੜ੍ਹੇ ਆ ਉੱਥੇ ਸੁਣ ਲਓ, ਬਾਅਦ 'ਚ ਆ ਕੇ ਮੱਥਾ ਟੇਕੋ। ਪੜ੍ਹੀ ਜਾ ਰਿਹਾ, ਵਿੱਚ ਮੱਥਾ ਟੇਕੀ ਜਾਂਦਾ, ਵਿੱਚ ਹੀ ਬੋਲੀ ਜਾਂਦਾ। ਅਤੇ ਇੱਕ ਹੋਰ ਬੇਨਤੀ ਕਰਦਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੁਲਾਉਣੀ ਹੈ, ਸਾਡਾ ਇਹ ਹੈ। ਜੇ ਸੰਗਤ ਜਾ ਕੇ ਆਪਾਂ ਕਰਨੇ ਹੈ ਤਾਂ ਐਂ ਹੀ ਕਰਨਾ ਹੈ। ਇਹ ਨਹੀਂ ਉੱਚੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਉਹ ਸਾਰੀ ਭੰਗਣਾ, ਕਿਉਂਕਿ ਧਿਆਨ ਕਿੱਧਰ ਗਿਆ? ਉਸ ਉੱਚੀ ਆਵਾਜ਼ 'ਚ ਬਾਹਰ ਉਚਾਰਨ ਉੱਚਾ ਕਰਨਾ। ਅਤੇ ਦਰਬਾਰ ਦੀ ਮਰਿਆਦਾ ਹੈ ਵੀ ਉੱਥੇ ਚਲੋ ਝੁੱਕ ਕੇ ਕਰ ਦੋ, ਠੀਕ ਹੈ, ਕਿਉਂਕਿ ਤਾਂ ਕਿ ਉਹਦੇ ਵਿੱਚ ਵਿਘਨ ਨਾ ਪਵੇ। ਕਿਸੇ ਤਰ੍ਹਾਂ ਵੀ ਜਦੋਂ ਆਪਾਂ ਗੁਰੂ ਦਾ ਉਪਦੇਸ਼ ਸਰਵਣ ਕਰ ਰਹੇ ਹਾਂ, ਗੁਰੂ ਮਹਾਰਾਜ ਦਾ ਇਹ ਉਪਦੇਸ਼ ਬੜਾ ਕੀਮਤੀ ਹੈ। ਅਸੀਂ ਭਾਗਾਂ ਵਾਲੇ ਜਿਨ੍ਹਾਂ ਨੂੰ ਇਹ ਮਿਲਿਆ ਖਜ਼ਾਨਾ, ਇੰਨਾ ਸਰਲ ਗੁਰਮੁਖੀ ਲਿਪੀ ਦੇ ਵਿੱਚ, ਇਸ ਤੋਂ ਉੱਪਰ ਦੀ ਕੁਛ ਗੱਲ ਵੀ ਨਹੀਂ ਹੈ। ਹਰ ਸਾਡੇ ਜੀਵਨ ਦੇ ਪਹਿਲੂ ਨੂੰ ਸਤਿਗੁਰਾਂ ਨੇ ਬੜੇ ਆਪ ਹੰਢਾ ਕੇ ਸਾਡੇ ਲਈ ਬਖਸ਼ਿਸ਼ ਕੀਤਾ, ਸਮੁੱਚੇ ਸੰਸਾਰ ਲਈ। ਔਰ ਸਾਡੀ ਡਿਊਟੀ ਲਈ ਵੀ ਤੂੰ ਖੁਦ ਵੀ ਕਮਾ, ਆਪ ਜਪੋ ਅਵਰ ਹੈ ਨਾਮ ਜਪਾਵੋ, ਹੋਰਾਂ ਨੂੰ ਵੀ ਲਿਆ ਨਾਲ। ਉਪਦੇਸ਼ ਕਰਤ ਨਾਨਕ ਜਨ ਤੁਮ ਕੋ ਜੋ ਸੁਣੋ, ਮੈਂ ਕੰਡੀਸ਼ਨ ਲਾਤੀ ਵੀ ਜੇ ਸੁਣੇਗਾ ਤਾਂ, ਜੇ ਸੁਣਿਆ ਨਹੀਂ ਫਿਰ ਮੈਂ ਕੋਈ ਜ਼ਿੰਮੇਵਾਰੀ ਨਹੀਂ ਲੈਂਦਾ। ਜੇ ਸੁਣੀ ਨਹੀਂ ਤਾਂ ਜਾਏ ਸੰਤਾਪ, ਜੇ ਸੁਣ ਕੇ ਵੀ ਸੰਤਾਪ ਰਹਿ ਗਿਆ ਫਿਰ ਮੇਰੇ ਕੋਲ ਆ ਕੇ ਦੱਸ ਦੇ ਵੀ ਉਪਦੇਸ਼ 'ਚ ਕੋਈ ਕਮੀ ਹੈ। ਗੁਰੂ ਦਾ ਉਪਦੇਸ਼ ਪੂਰਾ ਹੈ, ਗੁਰੂ ਦੀ ਸਿੱਖਿਆ ਸੰਪੂਰਨ ਹੈ। ਸੁਣੀ ਮਨ ਮੰਨ ਜੂਗਾ ਕੋਈ, ਇਹਦੇ ਮੈਂ ਇਹਨੂੰ ਸਭ ਪਤਾ ਲੱਗ ਜੂ ਮੈਂ ਕਿਉਂ ਝਗੜਦਾ ਵੀ, ਕਾਹਦੇ ਕੀ ਚੱਕਰ ਹੈ। ਹੁਣ ਝਗੜਨਾ ਚਾਹੀਦੀ ਨਹੀਂ, ਕਿਉਂ ਝਗੜਾ, ਪਤਾ ਚੱਲ ਜੂਗਾ ਨਾ ਉਹਨੂੰ, ਸਾਰੇ ਉਹਨੂੰ ਉਸ ਟੋਟਲ ਗੱਲ ਦੀ ਸਮਝ ਆ ਜਾਣੀ। ਫਿਰ ਉਹ ਕਹਿੰਦਾ ਵੀ ਮੈਂ ਆਪਦਾ ਗੁਣ ਤਾਂ ਛੱਡਦਾ ਨਹੀਂ। ਕੋਈ ਨਿੰਦਾ ਕਰਦਾ ਕਰੀ ਜਾਵੇ, ਉਹਦੀ ਮੌਜ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ ਕਰਦੇ, ਕਿਉਂਕਿ ਆਪਾਂ ਕਿਉਂ ਰੋਕ ਸਕਦੇ ਹਾਂ? ਕੋਈ ਨਿੰਦਾ ਕਰੂਗਾ, ਕੋਈ ਸਤੁਤੀ ਕਰੂਗਾ, ਕੋਈ ਕੁਛ, ਉਹਦਾ ਫੰਕਸ਼ਨ ਹੈ। ਪਰ ਆਪਣਾ ਗੁਣ ਨਾ ਗਵਾਵੇ, ਮੈਂ ਆਪਦਾ ਗੁਣ ਨਹੀਂ ਛੱਡਦਾ। ਸੋ ਜੋ ਗੁਰੂ ਸਾਨੂੰ ਗੁਣ ਬਖਸ਼ਿਸ਼ ਕਰਦੇ ਨੇ ਅਸੀਂ ਉਹ ਛੱਡਣੇ ਨਹੀਂ ਹੈ। ਇਹ ਨਹੀਂ ਵੀ ਉਹਨੇ ਕਹਿਤਾ ਤਾਂ ਭੱਜ ਗਿਆ ਵੀ ਮੈਨੂੰ ਐਂ ਕਹਿਤਾ ਜੀ ਮੈਂ ਤਾਂ ਹੁਣ ਆਉਂਦਾ ਹੀ ਰਿਹਾ, ਇਹ ਨਹੀਂ, ਆਪਣਾ ਗੁਣ ਨਹੀਂ ਛੱਡਣਾ। ਗੁਰੂ ਮਹਾਰਾਜ ਸਾਡੇ 'ਤੇ ਇਸ ਤਰ੍ਹਾਂ ਸਾਰਿਆਂ 'ਤੇ ਰਹਿਮਤ ਕਰਨ, ਬਖਸ਼ਿਸ਼ ਕਰਨ ਕਿ ਉਹ ਸੋਝੀ ਸਾਡੇ 'ਤੇ ਬਣੀ ਰਵੇ ਅੰਦਰ ਗੁਰੂ ਦੀ ਕਿਰਪਾ ਸਦਕਾ। ਔਰ ਸ਼ਬਦ ਵਿਚਾਰ ਨਾਲ ਸਾਂਝ ਬਣਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਸਮਰੱਥ ਗੁਰੂ ਬਖਸ਼ਣਯੋਗ ਨੇ। ਸੰਗਤ ਜੋ ਗੁਰੂ ਦਾ ਰੂਪ ਬਖਸ਼ਣਯੋਗ ਹੈ, ਹੋਈਆਂ ਭੁੱਲਾਂ ਬਖਸ਼ ਦੇਣਾ ਜੀ, ਹੋਈਆਂ ਭੁੱਲਾਂ ਦੀ ਖੇਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।